एक लड़ाई हद्दां उत्ते फौजी लड़न हज़ारां, दूजी तंगियां मारे लोकी नाल लड़न सरकारां, तीजी विच सिर पाड़ पाई दा पाई मार दे टारा, चौथी जी दियां सानू यारो ना खबरां ना सारा, विच करां दे लड़न कलियां नशे खोरां दियां नारां, विच करां दे लड़न कलियां नशे खोरां दियां नारां, नशे खोरां दियां नारां। अंतरराष्ट्रीय ऑनलाइन पंजाबी थिएटर फैसटीवल के 20वें दिन में तुहाडा बहुत बहुत स्वागत है जी। ਤੇ ਇਸ 20ਵੇਂ ਦਿਨ ਇਹਨਾਂ 20 ਦਿਨਾਂ ਦੇ ਵਿੱਚ ਤੁਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਸੁਣਿਆ, ਉਹਨਾਂ ਦੀ ਪੇਸ਼ ਨਜ਼ਰ ਦੇ ਵਿੱਚ ਪੇਸ਼ਕਾਰੀ ਵੀ ਸੁਣੀ, ਉਹਨਾਂ ਦਾ ਵਿਚਾਰ ਚਰਚਾ ਵੀ ਕੀਤੀ, ਰੂਬਰੂ ਕਰਦੇ ਹਾਂ ਬਹੁਤ ਸਾਰੇ ਸਵਾਲਾਂ ਨੂੰ ਅਸੀਂ ਸਾਂਝਾ ਕੀਤਾ, ਗੱਲਾਂ ਬਾਤਾਂ ਕੀਤੀਆਂ ਔਰ ਇਹਨਾਂ 20 ਦਿਨਾਂ ਦੇ ਵਿੱਚ ਤੁਸੀਂ 40 ਸ਼ਖਸੀਅਤਾਂ ਨੂੰ ਰੂਬਰੂ ਹੋਏ ਹੋ, ਉਹਨਾਂ ਦੇ ਨਾਲ ਤੁਸੀਂ ਉਹਨਾਂ ਦੇ ਵਿਚਾਰ ਸੁਣੇ, ਉਹਨਾਂ ਦੇ ਨਾਲ ਗੱਲਬਾਤ ਐਂਕਰਸ ਨੇ ਕੀਤੀ ਤੇ ਉਹਨਾਂ ਦੇ ਜੀਵਨ ਦੇ ਅਨੁਭਵਾਂ ਨੂੰ ਵੀ ਇੱਥੇ ਸਾਂਝਾ ਕੀਤਾ ਤੇ ਸੁਣਿਆ। ਸਾਡੇ ਰੋਜ਼ਾਨਾ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵੀ 4 ਸੈਗਮੈਂਟ ਨੇ ਅੱਜ ਔਰ ਇਹ 4 ਸੈਗਮੈਂਟ ਲੈ ਕੇ ਮੈਂ ਤੁਹਾਡੇ ਰੂਬਰੂ ਹੋਵਾਂਗਾ ਡਾਕਟਰ ਸੁਰਿੰਦਰ ਮੰਡ ਜਲੰਧਰ ਤੋਂ ਔਰ ਇਹ 4 ਸੈਗਮੈਂਟ ਨੇ ਸੁਨਹਿਰੀ ਬੋਲ, ਰੂਬਰੂ, ਪੇਸ਼ੇ ਨਜ਼ਰ ਤੇ ਚਰਚਾ। ਸੁਨਹਿਰੀ ਬੋਲ ਦੇ ਵਿੱਚ ਅਸੀਂ ਰੋਜ਼ ਕਿਸੇ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਥੀਏਟਰ ਦੇ ਖੇਤਰ ਦੇ ਵਿੱਚ ਬਹੁਤ ਨਾਮਣਾ ਖੱਟਿਆ ਹੁੰਦਾ ਹੈ, ਬੜੀ ਮਿਹਨਤ ਤੇ ਲਗਨ ਦੇ ਨਾਲ ਇਸ ਖੇਤਰ ਦੇ ਵਿੱਚ ਆਪਣਾ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਹੁੰਦਾ ਤੇ ਬਹੁਤ ਸਾਰੇ ਅਜਿਹੇ ਕਲਾਕਾਰ ਇਸ ਖੇਤਰ ਨੂੰ ਦਿੱਤੇ ਹੁੰਦੇ ਨੇ ਜਿਨ੍ਹਾਂ ਨੇ ਅੱਗੇ ਚੱਲ ਕੇ ਇਸ ਥੀਏਟਰ ਦੀ ਸੇਵਾ ਕਰਨੀ ਹੁੰਦੀ ਹੈ। ਔਰ ਅੱਜ ਦੀ ਜਿਹੜੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਉਹ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ। ਸਾਡੇ ਨਾਲ ਅੱਜ ਹੋਣਗੇ ਸੁਨਹਿਰੀ ਬੋਲਾਂ ਦੇ ਵਿੱਚ ਮਾਨਯੋਗ ਜਗਜੀਤ ਸਰੀਨ ਜੀ ਤੇ ਉਹਨਾਂ ਦੇ ਅਸੀਂ ਸੁਨਹਿਰੀ ਬੋਲ ਸੁਣਾਂਗੇ। ਰੂਬਰੂ ਹੋਏਗਾ ਬਹੁਤ ਹੀ ਸਾਡੇ ਇਸ ਖੇਤਰ ਦੇ ਵਿੱਚ ਸਰਗਰਮ ਨੇ, ਥੀਏਟਰ ਦੇ ਖੇਤਰ 'ਚ ਸਰਗਰਮ ਨੇ, ਟੀਵੀ ਦੇ ਖੇਤਰ 'ਚ ਸਰਗਰਮ ਨੇ ਸੁਖਵਿੰਦਰ ਕੌਰ ਜੀ, ਉਹਨਾਂ ਦੇ ਨਾਲ ਰੂਬਰੂ ਕਰਾਂਗੇ। ਪੇਸ਼ੇ ਨਜ਼ਰ ਦੇ ਵਿੱਚ ਇੱਕ ਪੇਸ਼ਕਾਰੀ ਹੋਏਗੀ ਨਾਟਕ ਦੀ ਔਰ ਉਸ ਨਾਟਕ ਦੇ ਬਾਰੇ ਬਾਅਦ ਵਿੱਚ ਵਿਚਾਰ ਚਰਚਾ ਵੀ ਅਸੀਂ ਕਰਾਂਗੇ। ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ ਔਰ ਇਸੇ ਤਰ੍ਹਾਂ ਗੱਲਾਂ ਬਾਤਾਂ ਵੀ ਕਰਾਂਗੇ, ਰੂਬਰੂ ਹੋਏਗਾ, ਫਿਰ ਚਰਚਾ ਵੀ ਹੋਏਗੀ। ਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਜਗਜੀਤ ਸਰੀਨ ਜੀ ਦੇ ਕੋਲੋਂ ਸੁਨਹਿਰੀ ਬੋਲ। सत श्री अकाल प्यारे दोस्तों। रंग मंच का मतलब ही है रंग ते मंच, दो शब्दों के नाल बनिया ये शब्द साडे लिए बहुत ही महत्वपूर्ण है। लेकिन रंग मंच विच जिथे कलाकार होंगे उहदे सामने दर्शक भी बैठे होने चाहिए हैं, पर महामारी के इस दौर दे विच सब कुछ बदल गया। सरकारी हदायतों के मुताबिक असी कलाकार इकट्ठ नहीं कर सकते, दर्शक भी साडे सामने नहीं हैं, पर फिर भी जिन्हों ने दिल में ठान ली होवे वो कुछ कर दिखाते हैं। बोहेमियन रंगमंच गुरविंदर होरां दी अगवाई विच एक बहुत ही वधिया काम कर रहा है। उन्होंने 21 दिन का ये नाट मेला जिहड़ा उलीकिया है ये भी विलक्षण है। उन्होंने नाम वांगू बोहेमियन का मतलब ये है कुछ वखरा करके दिखाना। दुनिया दे विच रंगमंच बिल्कुल बंद पिया। साडे देश विच भी वख-वख अदारे रंगमंच के नाल जुड़ियां शख्सियतां लाइव प्रोग्राम दे रही ने। रंगमंच के नाटक के उत्ते चर्चावां हो रही।
ਪਰ ਬੋਹੇਮੀਅਨ ਨੇ ਬਹੁਤ ਹੀ ਵਿਉਂਤਬੰਦੀ ਦੇ ਨਾਲ ਇਸ ਮੇਲੇ ਨੂੰ ਉਲੀਕਿਆ। 1 ਘੰਟੇ ਦੇ ਰੋਜ਼ ਪ੍ਰੋਗਰਾਮ ਦੇ ਵਿੱਚ ਲੋਕ ਗੀਤ ਜਿਹੜੇ ਨਾਟਕਾਂ 'ਚ ਵਰਤੇ ਗਏ, ਕਿਸੇ ਉੱਘੀ ਸ਼ਖਸੀਅਤ ਦੇ ਨਾਲ ਮੁਲਾਕਾਤ ਤੇ ਉਹਦੇ ਵੱਲੋਂ ਪੇਸ਼ ਕੀਤੀਆਂ ਜਾਣੀਆਂ ਜਾਂ ਪੇਸ਼ ਕੀਤੀਆਂ ਗਈਆਂ ਕੁਝ ਨਾਟਕ ਦੀਆਂ ਝਲਕੀਆਂ ਦਿਖਾਈ ਜਾ ਰਹੀਆਂ ਨੇ ਜੋ ਕਿ ਬਹੁਤ ਹੀ ਪਸੰਦ ਕੀਤੀਆਂ ਜਾ ਰਹੀਆਂ। ਇਹ ਵਰਚੁਅਲ ਰੰਗਮੰਚ ਲਾਈਵ ਰੰਗਮੰਚ ਦਾ ਬਦਲਾਅ ਤਾਂ ਨਹੀਂ ਹੋ ਸਕਦਾ, ਪਰ ਫਿਰ ਵੀ ਕੁਝ ਸਿਰੜੀ ਰੰਗਕਰਮੀਆਂ ਨੇ ਆਪਣੇ ਤਰੀਕੇ ਦੇ ਨਾਲ ਘਰ ਦੇ ਵਿੱਚ ਬੈਠ ਕੇ ਸੋਲੋ ਨਾਟਕ ਜਾਂ ਕੁਝ ਨਾਟਕਾਂ ਦੀਆਂ ਵੰਨਗੀਆਂ ਤਿਆਰ ਕੀਤੀਆਂ ਤੇ ਇਸ ਵਰਚੁਅਲ ਰੰਗਮੰਚ ਦੇ ਜ਼ਰੀਏ ਸਾਡੇ ਸਾਹਮਣੇ ਪੇਸ਼ ਕੀਤੀਆਂ। ਇਹਨਾਂ ਦੀ ਬਹੁਤ ਹੀ ਸ਼ਲਾਘਾ ਹੋ ਰਹੀ ਹੈ ਔਰ ਇਹ ਯੋਗਦਾਨ ਇਤਿਹਾਸ ਦੇ ਵਿੱਚ ਆਪਣੀ ਥਾਂ ਬਣਾਏਗਾ। ਮੈਂ ਬੋਹੇਮੀਅਨ ਰੰਗਮੰਚ ਤੇ ਉਹਨਾਂ ਸਾਰੇ ਸਿਰੜੀ ਰੰਗਕਰਮੀਆਂ ਨੂੰ ਵਧਾਈ ਦਿੰਦਾ, ਸ਼ੁਭ ਇਸ਼ਾਵਾਂ ਵੀ ਭੇਜਦਾ ਕਿ ਉਹ ਇਸੇ ਤਰ੍ਹਾਂ ਲਗਾਤਾਰ ਆਪਣੇ ਰੰਗਮੰਚੀ ਗਤੀਵਿਧੀਆਂ ਦੇ ਨਾਲ ਜੁੜੇ ਰਹਿਣ ਤੇ ਰੰਗਮੰਚ ਹੋਰ ਅੱਗੇ ਵੱਧ ਸਕੇ। ਜੈ ਹਿੰਦ। ਹਾਂਜੀ, ਤੁਸੀਂ ਸੁਣੇ ਸੁਨਹਿਰੀ ਬੋਲ ਜਗਜੀਤ ਸਿੰਘ ਜੀ ਹੁਣਾਂ ਦੇ ਕੋਲੋਂ ਔਰ ਉਹਨਾਂ ਨੇ ਆਪਣੇ ਅਨੁਭਵ ਦੱਸੇ, ਸਾਨੂੰ ਆਸ਼ੀਰਵਾਦ ਦਿੱਤਾ ਔਰ ਥੀਏਟਰ ਦੇ ਨਾਲ ਲੰਬੇ ਸਮੇਂ ਤੋਂ ਸਰੀਨ ਸਾਹਿਬ ਜੁੜੇ ਹੋਏ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਅਗਲਾ ਸੈਗਮੈਂਟ ਹੈ ਸਾਡੇ ਕੋਲ ਰੂਬਰੂ। ਅੱਜ ਦੇ ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਥੀਏਟਰ ਦੇ ਖੇਤਰ ਦੇ ਵਿੱਚ ਬਹੁਤ ਹੀ ਸਰਗਰਮ ਸ਼ਖਸੀਅਤ ਮੈਡਮ ਸੁਖਵਿੰਦਰ ਕੌਰ ਜੀ। ਸੁਖਵਿੰਦਰ ਮੈਮ, ਬਹੁਤ ਬਹੁਤ ਸਵਾਗਤ ਤੁਹਾਡਾ, ਜੀ ਆਇਆਂ ਨੂੰ, ਵੈਲਕਮ ਮੈਮ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮੈਡਮ ਸੁਖਵਿੰਦਰ ਜੀ ਉਹਨਾਂ ਬਾਰੇ ਮੈਂ ਗੱਲਬਾਤ ਕਰਦੇ ਹਾਂ। ਬਹੁਤ ਜ਼ਿਆਦਾ ਗੱਲਬਾਤ ਖੁਦ ਨਹੀਂ ਕਰਾਂਗਾ ਕਿਉਂਕਿ ਉਹ ਸਾਡੇ ਨਾਲ ਸਾਡੇ ਰੂਬਰੂ ਨੇ, ਅਸੀਂ ਉਹਨਾਂ ਦੇ ਮੂੰਹੋਂ ਹੀ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਹੈ ਉਹਨਾਂ ਦੇ ਵਿਚਾਰ ਸੁਣਾਂਗੇ। 1-2 ਗੱਲਾਂ ਮੈਂ ਜ਼ਰੂਰ ਕਰਾਂਗਾ ਕਿ ਮੈਡਮ ਸੁਖਵਿੰਦਰ ਹੁਣੀ ਪਿਛਲੇ 30 ਸਾਲ ਤੋਂ ਥੀਏਟਰ ਦੇ ਨਾਲ ਜੁੜੇ ਹੋਏ ਨੇ। ਵੱਖ-ਵੱਖ ਥੀਏਟਰ ਦੀਆਂ ਜਿਹੜੀਆਂ ਮੰਡਲੀਆਂ ਨੇ ਉਹਨਾਂ ਦੇ ਨਾਲ ਲੰਬਾ ਸਮਾਂ ਕੰਮ ਕੀਤਾ ਔਰ ਅਧਿਆਪਨ ਦੇ ਖੇਤਰ ਨਾਲ ਜੁੜੇ ਹੋਏ ਨੇ। ਅੰਮ੍ਰਿਤਸਰ ਵਿਖੇ BBK DAV ਕਾਲਜ ਦੇ ਵਿੱਚ ਉਹ ਅਧਿਆਪਨ ਕਾਰਜ ਕਰ ਰਹੇ ਨੇ, ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਅੰਮ੍ਰਿਤਸਰ ਨੂੰ ਹੀ ਬਿਲੋਂਗ ਕਰਦੇ ਨੇ। ਮੈਂ ਜ਼ਿਆਦਾ ਗੱਲਾਂ ਖੁਦ ਨਹੀਂ ਕਰਾਂਗਾ, ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਅਸੀਂ ਸ਼ੁਰੂ ਕਰਦੇ ਹਾਂ। ਹਾਂਜੀ ਮੈਮ ਸੁਖਵਿੰਦਰ ਜੀ, ਤੁਹਾਡਾ ਬਹੁਤ-ਬਹੁਤ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਔਰ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੈਂ ਆਪ ਜੀ ਨੂੰ ਦੱਸਾਂਗਾ ਕਿ ਆਪਣੇ ਮੁੱਢਲੇ ਜੀਵਨ ਦੇ ਬਾਰੇ, ਥੀਏਟਰ ਨਾਲ ਸੰਬੰਧਿਤ ਜੋ ਮੁੱਢਲਾ ਜੀਵਨ ਹੈ ਉਹਦੇ ਬਾਰੇ ਆਪਣੇ ਵਿਚਾਰ ਕੁਝ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੂੰਗਾ। ਮੇਰੇ ਵੱਲੋਂ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰੇ ਰੰਗਕਰਮੀ ਦੋਸਤਾਂ ਨੂੰ। ਮੇਰਾ ਮੁੱਢਲਾ ਜੀਵਨ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਂ ਸਭ ਤੋਂ ਪਹਿਲਾਂ, ਮੈਨੂੰ ਮਿਊਜ਼ਿਕ ਬੜਾ ਪਸੰਦ ਸੀ, ਬਹੁਤ ਜ਼ਿਆਦਾ ਮਿਊਜ਼ਿਕ ਨੂੰ ਪਸੰਦ ਕਰਦੀ ਸੀ, ਸੁਣਦੀ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਰੰਗਮੰਚ ਚਲਾਵਾਂ। ਤੇ ਮੇਰੀ ਛੋਟੀ ਸਿਸਟਰ ਜਸਵਿੰਦਰ, ਜੋ ਕਿ ਇਸ ਰੰਗਮੰਚ ਨਾਲ ਸਭ ਤੋਂ ਪਹਿਲਾਂ ਜੁੜੀ ਸੀ, ਤੇ ਉਹਦੇ ਨਾਲ ਮੈਂ ਉਹਦੇ ਨਾਲ ਰਿਹਰਸਲਾਂ ਤੇ ਜਾਇਆ ਕਰਨਾ। ਸਾਡੇ ਸੁਖਦੇਵ ਪ੍ਰੀਤ ਜੀ ਨੇ, ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਰੰਗਮੰਚ ਦਾ ਸ਼ੁਰੂ ਕੀਤਾ ਸੀ ਤੇ ਮੈਂ ਤੇ ਦੋਵੇਂ ਇਕੱਠੇ ਜਾਇਆ ਕਰਦੀ। ਉਸ ਤੋਂ ਬਾਅਦ ਫਿਰ ਅਸੀਂ ਜਸਪਾਲ ਸੇਠੀ ਸਰ ਨੇ, ਉਹਨਾਂ ਦੇ ਗਰੁੱਪ ਨਾਲ ਜੁੜੀਆਂ ਤੇ ਪਰ ਮੈਂ ਸਿਰਫ ਉਹਦੇ ਨਾਲ ਰਿਹਰਸਲ ਕਰਨ ਜਾਇਆ ਕਰਦੀ ਸੀ। ਤੇ ਇੱਕ ਦਿਨ ਜਸਪਾਲ ਸੇਠੀ ਸਰ ਕਹਿੰਦੇ ਕਿ ਮੈਂ ਇੱਕ ਰਾਮਾਇਣ ਹੋਰ ਪਲੇ ਹੈ ਉਹ ਰਿਹਰਸਲ ਕਰਦੀ ਸੀ ਕਿ ਮੈਂ ਇੱਕ ਕਰੈਕਟਰ ਸੀਗਾ ਮਹਾਰਾਜੋ ਨਾਂ ਦਾ, ਇਹ ਮੈਂ ਤੇਰੇ ਕੋਲੋਂ ਕਰਵਾਉਣਾ। ਤੇ ਮੈਂ ਇੱਕਦਮ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਮਤਲਬ ਰੰਗਮੰਚ ਨਾਲ ਜੁੜਾਂਗੀ। ਮੈਨੂੰ ਤਾਂ ਸੰਗੀਤ ਪਸੰਦ ਸੀ, ਪਰ ਉਹਨਾਂ ਨੇ ਮੈਨੂੰ ਜ਼ਬਰਦਸਤੀ ਉਸ ਪਲੇ ਤੇ ਕਹਿੰਦੇ ਉਹ ਕਰੈਕਟਰ ਬਣੇ ਹੀ ਤੇਰੇ ਵਾਸਤੇ।
ਜੀ ਬਸ ਇਸ ਤਰ੍ਹਾਂ ਮੈਂ ਰੰਗਮੰਚ ਦੇ ਵਿੱਚ ਮੇਰੀ ਸ਼ੁਰੂਆਤ ਹੋ ਗਈ ਤੇ ਜੀ ਫਿਰ ਇੱਕ ਪਲੇ, ਦੋ ਪਲੇ, ਤਿੰਨ ਪਲੇ, ਬਸ ਪਰ ਪਤਾ ਨਹੀਂ ਕਿੰਨੇ ਪਲੇ ਮੈਂ ਹਮੇਸ਼ਾ ਹੀ ਉਹਨਾਂ ਦੇ ਕਿਸੇ ਨਾ ਕਿਸੇ ਨਾਟਕ ਦੇ ਨਾਲ ਜੁੜ ਗਈ। ਫਿਰ ਉਸ ਤੋਂ ਬਾਅਦ ਕੇਵਲ ਧਾਲੀਵਾਲ ਜੀ NSD ਕਰਨ ਤੋਂ ਬਾਅਦ ਆਏ ਤੇ ਫਿਰ ਉਹਨਾਂ ਦੇ ਨਾਲ ਮੈਂ ਜੁੜੀ। ਲੂਣਾ ਜੀ ਪਲੇ ਉਹਨਾਂ ਨੇ ਸਭ ਤੋਂ ਪਹਿਲਾਂ ਕੀਤਾ ਸੀ ਜੀ ਤੇ ਬਸ ਉਹਨਾਂ ਦੇ ਨਾਲ ਜੁੜ ਕੇ ਫਿਰ ਪਤਾ ਹੀ ਨਹੀਂ। ਫਿਰ ਇੱਕ ਵਾਰ ਜਦੋਂ ਅਸੀਂ ਰੰਗਮੰਚ ਦੇ ਨਾਲ ਜੁੜ ਜਾਂਦੇ ਕੋਈ ਵੀ ਕਲਾਕਾਰ ਤੇ ਫਿਰ ਮੇਰਾ ਤੇ ਮੈਂ ਤੇ ਸੋਚਦੀ ਕਿ ਉਹ ਕਦੇ ਵੀ ਪਿੱਛੇ ਨਹੀਂ ਮੁੜਨਾ, ਕਦੇ ਵੀ ਜੀ ਨਹੀਂ ਮੁੜ ਸਕਦਾ, ਚਾਹੇ ਜੀ ਕਿੰਨੀਆਂ ਮਜਬੂਰੀਆਂ ਹੋਣ, ਚਾਹੇ ਕੁਛ ਜੀ ਵੀ ਹੋਵੇ, ਬਟ ਜੀ ਉਹ ਅੱਗੇ ਹੀ ਅੱਗੇ ਚਲਾ ਜਾਂਦਾ। ਜੀ ਬਸ ਇਸ ਤਰ੍ਹਾਂ ਹੀ ਸੱਚੇ ਹਾਂਜੀ ਬਿਲਕੁਲ ਜੀ, ਸੱਚੇ ਆਰਟਿਸਟ ਦੀ ਬਿਲਕੁਲ ਇਹੀ ਨਿਸ਼ਾਨੀ ਹੁੰਦੀ ਹੈ ਕਿ ਜੇਕਰ ਇੱਕ ਵਾਰੀ ਕਦਮ ਪੁੱਟ ਲਿਆ ਤੇ ਜਿਸ ਰਸਤੇ ਤੇ ਚੱਲ ਪਏ, ਕਲਾ ਦੇ ਖੇਤਰ 'ਚ ਤੁਰ ਪਏ, ਤੇ ਫਿਰ ਉੱਥੇ ਪਿੱਛੇ ਮੁੜ ਕੇ ਨਹੀਂ ਦੇਖਣਾ। ਤੇ ਫਿਰ ਅੱਗੇ ਜਿਹੜਾ ਉਹ ਖੁੱਲਾ ਆਸਮਾਨ ਹੁੰਦਾ, ਔਰ ਖੁੱਲੇ ਆਸਮਾਨ ਦੇ ਵਿੱਚ ਪਾਉਣ ਵਾਸਤੇ ਬਹੁਤ ਕੁਝ ਹੁੰਦਾ, ਪਰ ਖੋਣ ਵਾਸਤੇ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਬਹੁਤ ਤੁਸੀਂ ਆਪਣੇ ਮੁੱਢਲੇ ਜੀਵਨ ਦੇ ਬਾਰੇ ਜੋ ਵਿਚਾਰ ਕੀਤੀ ਗਈ ਕਿ ਇੱਕ ਰਮਾਇਣ ਹੋਰ ਤੁਸੀਂ ਪਹਿਲੀ ਵਾਰ ਜਿਹੜਾ ਹੈ ਉਹ ਨਾਟਕ ਕੀਤਾ, ਤੇ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਰੋਲ ਜਿਹੜਾ ਉਹ ਅਭਿਨੈ ਜਿਹੜਾ ਉਹ ਕੀਤਾ, ਕਿਹੜਾ ਕਰੈਕਟਰ ਕੀਤਾ? ਸੀਤੋ ਦਾ ਕੀਤਾ ਜਾਂ? ਹੈ ਤਾਂ ਛੋਟਾ ਸੀਗਾ ਉਹ, ਕਿਉਂਕਿ ਮੈਂ ਫਸਟ ਟਾਈਮ ਕਰਨਾ ਸੀਗਾ ਜੀ ਜੀ ਤੇ ਜੀ ਮਹਾਰਾਜੋ ਦਾ ਕਰੈਕਟਰ ਸੀਗਾ। ਉਹਨਾਂ ਦੇ ਘਰ ਮਹਾਰਾਜੋ, ਹਾਂਜੀ ਦੱਸਿਆ, ਸੌਰੀ। ਜੀ ਜੀ ਚਰਖਾ ਜੀ ਲੈਣ ਜਾਂਦੀ ਹੈ, ਫਿਰ ਉਹਨਾਂ ਜੀ ਨਾਲ ਜੀ ਲੜਦੀ ਹੈ ਤੇ ਜੀ ਮਤਲਬ ਉਹ ਹੀ ਉਹਨਾਂ ਨੇ ਮੈਨੂੰ ਇੰਨਾ ਮਤਲਬ ਸਾਡੇ ਡਾਇਰੈਕਟਰ ਸਾਹਿਬ ਨੇ, ਜਸਪਾਲ ਸੇਠੀ ਸਾਹਿਬ ਜੀ ਨੇ ਬਹੁਤ ਹੀ ਜ਼ਿਆਦਾ ਸਰਾਇਆ। ਫਿਰ ਮੈਨੂੰ ਵੀ ਨਹੀਂ ਜੀ ਪਤਾ ਚੱਲਿਆ ਕਿ ਮੈਂ ਅੱਗੇ ਹੀ ਅੱਗੇ ਵੱਧਦੀ ਗਈ ਜੀ ਤੇ ਫਿਰ ਮੈਂ ਮਿਊਜ਼ਿਕ ਨੂੰ ਭੁੱਲ ਗਈ। ਜੀ ਮਿਊਜ਼ਿਕ ਨਾਲ ਪਿਆਰ ਤਾਂ ਹੁਣ ਵੀ ਓਨਾ ਹੀ ਹੈ, ਕਿਉਂਕਿ ਇੱਕ ਜਿਹੜਾ ਐਕਟਰ ਹੈ ਜਾਂ ਐਕਟਰੈਸ ਹੈ ਉਹਨੂੰ ਜੀ ਮਤਲਬ ਸਭ ਕੁਝ ਹੀ ਥੋੜਾ ਥੋੜਾ ਆਉਣਾ ਚਾਹੀਦਾ ਹੈ ਕਿ ਜੀ ਕਿਸੇ ਤਰ੍ਹਾਂ ਦਾ ਵੀ ਪਾਤਰ ਸਾਨੂੰ ਨਿਭਾਉਣਾ ਪੈ ਜਾਂਦਾ ਹੈ ਕਿਸੇ ਨਾ ਕਿਸੇ ਮੋੜ ਤੇ ਆ ਕੇ ਬਿਲਕੁਲ ਐਕਟਰ, ਤੇ ਬਿਲਕੁਲ ਸਾਨੂੰ ਮਤਲਬ ਸਭ ਕੁਝ ਆਉਣਾ ਚਾਹੀਦਾ ਹੈ, ਚਾਹੇ ਜੀ ਜੀ ਮਿਊਜ਼ਿਕ ਹੈ, ਡਾਂਸ ਆ, ਮਤਲਬ ਉਹਨਾਂ ਕੋਈ ਮਤਲਬ ਹੁਣ ਵੀ ਹੈਗਾ ਆ। ਕਦੇ ਕਦੇ ਮੈਂ ਕਹਿੰਦੀ ਹੁੰਦੀ ਤਾਂ ਮਿਊਜ਼ਿਕ ਤੇ ਜਾਣਾ ਸੀਗਾ ਤੇ ਚਲੋ ਜੀ ਮੇਰੇ ਸਿਸਟਰ ਮਿਊਜ਼ਿਕ ਦੇ ਵਿੱਚ ਆ ਗਈ, ਮੈਂ ਥੀਏਟਰ ਦੇ ਵਿੱਚ ਚਲੀ ਗਈ ਜੀ ਤੇ ਜੀ ਜੀ ਜਦੋਂ ਹੁਣ ਅਸੀਂ ਕਿਤੇ ਬਹਿੰਦੇ ਆ ਤਾਂ ਫਿਰ ਮਹਿਫਿਲ ਸੱਜਦੀ ਹੈ ਜੀ ਤੇ ਥੋੜਾ ਬਹੁਤ ਗਾ ਲੈਂਦਾ ਹੈ ਜੀ ਤੇ ਜੀ ਫਿਰ ਵੀ ਅਸੀਂ ਮਤਲਬ ਉਸ ਤੋਂ ਮੇਰੇ ਮਨ 'ਚ ਇਹ ਬੜਾ ਰਿਹਾ ਕਿ ਮੈਂ ਮਿਊਜ਼ਿਕ ਦੇ ਵਿੱਚ ਹੀ ਅੱਗੇ ਜਾਂਦੀ ਤਾਂ ਬਹੁਤ ਵਧੀਆ ਜੀ ਤੇ ਜੀ 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 ਹਾਂਜੀ ਬਿਲਕੁਲ ਇਸ ਤਰ੍ਹਾਂ ਕਿ ਕਿਉਂਕਿ ਨਾਟਕ ਜਿਹੜਾ ਆਪਣੇ ਆਪ ਦੇ ਵਿੱਚ ਸੰਪੂਰਨ ਕਲਾਵਾਂ ਦਾ ਮਿਸ਼ਰਣ ਹੁੰਦਾ, ਕਿਉਂਕਿ ਭਰਤ ਮੁਨੀ ਹੁਣਾਂ ਨੇ ਨਾਟਕ ਸ਼ਾਸਤਰ ਦੀ ਜਦੋਂ ਗੱਲ ਕੀਤੀ ਤਾਂ ਉਹਦੇ ਵਿੱਚ ਉਹਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਕਿ ਸਾਰੀਆਂ ਕਲਾਵਾਂ ਜਿਹੜੀਆਂ ਨੇ ਉਹ ਨਾਟਕ ਦੇ ਵਿੱਚ ਜਿਹੜੀਆਂ ਨੇ ਉਹਦੇ ਵਿੱਚ ਕਲਾ ਦੇ ਵਿੱਚ ਜਿਹੜੀ ਨੇ ਉਹ ਸਮਾ ਜਾਂਦੀਆਂ ਨੇ। ਇਸ ਕਰਕੇ ਜਿਹਨੇ ਨਾਟਕ ਦਾ ਖੇਤਰ ਚੁਣ ਲਿਆ ਉਹਨੇ ਬਾਕੀ ਸਾਰੇ ਖੇਤਰ ਜਿਹੜੇ ਨੇ ਸਮਝ ਲਓ ਉਹਦੇ ਵਿੱਚ ਹੀ ਸਮਾ ਜਾਂਦੇ, ਉਹੀ ਚੁਣ ਲਏ। ਤਾਂ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਕਰਨੀ ਚਾਹਾਂਗਾ ਕਿ ਤੁਹਾਡੇ ਇਸ ਥੀਏਟਰ ਦੇ ਸਫ਼ਰ ਦੇ ਵਿੱਚ ਤੁਸੀਂ ਕੇਵਲ ਧਾਲੀਵਾਲ ਹੁਣਾਂ ਦਾ ਨਾਮ ਲਿਆ, ਇਸ ਤੋਂ ਇਲਾਵਾ ਵੀ ਕੋਈ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਨਾਲ ਜੁੜ ਕੇ ਤੁਸੀਂ ਥੀਏਟਰ ਦੇ ਵਿੱਚ ਕੰਮ ਕੀਤਾ? ਹਾਂਜੀ, ਕੇਵਲ ਧਾਲੀਵਾਲ ਜੀ ਨਾਲ ਤਾਂ ਬਹੁਤ ਸਾਰੇ ਨਾਟਕ ਕੀਤੇ ਨੇ। ਲੂਣਾ, ਆਪਣਾ ਸੁਰਜੀਤ ਪਾਤਰ ਜੀ ਦੀ ਪੋਇਟਰੀ ਹੈ, ਅਵਤਾਰ ਪਾਸ਼ ਦੀ ਪੋਇਟਰੀ ਹੈ, ਆਪਣਾ ਮਹਾਪੰਡਿਤ, ਬਹੁਤ ਸਾਰੇ ਇਹੋ ਜਿਹੇ ਨਾਟਕ ਨੇ, ਫੁਲਚੀਏ, ਮਹਾਪੰਡਿਤ, ਤੇ ਇਸ ਤਰ੍ਹਾਂ ਹੀ ਸਿਲਸਿਲਾ ਅੱਗੇ ਚੱਲਦਾ ਰਿਹਾ। ਉਸ ਤੋਂ ਬਾਅਦ ਮੈਂ MA ਥੀਏਟਰ ਕਰਨ ਚਲੀ ਗਈ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਜੀ ਜੀ ਫਿਰ ਉਸ ਤੋਂ ਬਾਅਦ ਮੈਂ ਸੈਮੂਅਲ ਜੌਨ ਜੀ ਨਾਲ ਜੁੜੀ ਤੇ ਉਹਨਾਂ ਦੇ ਨਾਲ ਮੈਂ ਮੈਕਬੈਥ ਨਾਟਕ ਕੀਤਾ, ਸ਼ੇਕਸਪੀਅਰ ਦਾ ਬਹੁਤ ਹੀ ਜ਼ਿਆਦਾ ਵਧੀਆ ਨਾਟਕ ਹੈ, ਬਹੁਤ ਅੱਛਾ ਸੀ, ਬਿਲਕੁਲ। ਹਾਂਜੀ, ਉਹਦੇ 'ਚ ਮੈਂ ਮੈਕਬੈਥ, ਮਿਸ ਮੈਕਬੈਥ ਦਾ ਰੋਲ ਕੀਤਾ ਸੀ। ਜੀ ਜੀ ਫਿਰ ਉਹਨਾਂ ਦੇ ਨਾਲ ਬਾਲ ਭਗਵਾਨ, ਕੱਸਿਆ ਹੋਇਆ ਆਦਮੀ, ਬਹੁਤ ਸਾਰੇ ਨਾਟਕ ਨੇ ਇਸ ਤਰ੍ਹਾਂ ਦੇ, ਉਹਨਾਂ ਦੇ ਨਾਲ ਵੀ ਮੈਂ ਕਰਦੀ ਰਹੀ। ਮਾਲਵੇ 'ਚ ਉੱਥੇ ਲਹਿਰਾ ਕਾਕਾ ਉਹਨਾਂ ਨੇ ਸਟੇਜ ਬਣਾਈ ਸੀ, ਜੀ ਰੰਗਮੰਚ ਬਣਾਇਆ ਸੀਗਾ, ਮੈਂ ਉੱਥੇ ਅੰਮ੍ਰਿਤਸਰੋਂ ਉਹਨਾਂ ਦੇ ਨਾਲ ਜਾਂਦੀ ਸੀ ਜੀ ਜੀ ਤੇ ਉਹਨਾਂ ਦੇ ਨਾਲ ਮੈਂ ਸਾਰੇ ਮਾਲਵਾ, ਮਤਲਬ ਕੋਈ ਵੀ ਏਦਾਂ ਦਾ ਪਿੰਡ ਨਹੀਂ ਹੈ ਕਿ ਮੈਂ ਜਿੱਥੇ ਨਾਟਕ ਨਾ ਕੀਤਾ ਹੋਵੇ। ਫਿਰ ਉਸ ਤੋਂ ਬਾਅਦ ਜੀ ਮੈਂ ਚਮਕੌਰ ਸਾਹਿਬ, ਆਪਣਾ ਗੁਰਪ੍ਰੀਤ ਕੌਰ ਭੰਗੂ ਮੈਮ, ਮਲਕੀਤ ਰੌਣੀ ਜੀ, ਅਸੀਂ ਸਾਰੇ, ਪਵਨ ਦੀਪ ਜੋ ਕੈਨੇਡਾ ਤੋਂ ਨੇ, ਭਾਜੀ ਸਾਡੇ ਬਹੁਤ ਸੀਨੀਅਰ, ਸੈਮੂਅਲ ਜੀ, ਅਸੀਂ ਸਾਰੇ ਉੱਥੇ ਇਕੱਠੇ MA ਥੀਏਟਰ ਦੀ ਜਦੋਂ ਮੈਂ ਕਰਦੀ ਸੀ ਉਦੋਂ ਉਸ ਦੌਰਾਨ ਅਸੀਂ ਉਹਨਾਂ ਦੇ ਨਾਲ ਰੰਗਮੰਚ ਕਰਦੇ ਸੀ। ਜੀ 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 ਤੇ ਮਾਲਵਾ, ਅੰਮ੍ਰਿਤਸਰ, ਕੇਵਲ ਭਾਜੀ ਨਾਲ ਦਿੱਲੀ, ਦਿੱਲੀ ਤੋਂ ਬਾਹਰ ਵੀ, ਮਤਲਬ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਵੀ ਅਸੀਂ ਰੰਗਮੰਚ ਨਹੀਂ ਕਰਦੇ। ਤੇ ਉਸ ਤੋਂ ਬਾਅਦ ਨੀਤਾ ਮਹਿੰਦਰਾ ਮੈਮ ਫਾਈਨ ਆਰਟਸ ਦੇ ਨੇ, ਬਹੁਤ ਅੱਛੇ ਕਲਾਕਾਰ ਨੇ, ਕੌਣ ਨਹੀਂ ਜਾਣਦਾ ਉਹਨਾਂ ਦੇ ਨਾਲ ਵੀ ਮੈਂ ਪਾਲੀ ਭੁਪਿੰਦਰ ਜੀ ਦੀਆਂ ਸਟੋਰੀਆਂ ਤੇ ਕੰਮ ਕੀਤਾ ਤੇ ਉਹ ਵੀ ਬੜਾ ਵਧੀਆ ਐਕਸਪੀਰੀਅੰਸ ਰਿਹਾ ਮੈਨੂੰ, ਬਹੁਤ ਕੁਝ ਸਿੱਖਿਆ ਤੇ ਇਸ ਤਰ੍ਹਾਂ ਬਸ ਹੁਣ ਵੀ ਲੱਗੇ ਹੋਏ ਆ।
ਤੇ ਬਿਲਕੁਲ ਜੀ। ਬਿਲਕੁਲ ਜੀ, ਮੈਂ ਕਲਾਕਾਰ ਦਾ ਸੰਘਰਸ਼ ਤਾਂ ਕਦੇ ਖਤਮ ਨਹੀਂ ਹੁੰਦਾ, ਕਿਉਂਕਿ ਕਲਾਕਾਰ ਜਦੋਂ ਕਲਾ ਦੇ ਖੇਤਰ ਵਿੱਚ ਛਾਲ ਮਾਰ ਕੇ ਆ ਜਾਂਦਾ ਤੇ ਫਿਰ ਉਹਨੇ ਪਿੱਛਾ ਮੁੜ ਕੇ ਨਹੀਂ ਵੇਖਣਾ ਹੁੰਦਾ। ਮੈਡਮ ਜੀ, ਸੁਖਵਿੰਦਰ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਆਪਣਾ ਇਸੇ ਤਰ੍ਹਾਂ ਜਾਰੀ ਰਹੇਗਾ, ਔਰ ਪੇਸ਼ੇ ਨਜ਼ਰ ਦੇ ਵਿੱਚ ਤੁਹਾਡੀ ਕਿਸੇ ਕ੍ਰਿਤ ਦੀ ਪੇਸ਼ਕਾਰੀ ਹੋਣੀ। ਅੱਜ ਕੀ ਦਿਖਾ ਰਹੇ ਹੋ ਪੇਸ਼ੇ ਨਜ਼ਰ ਦੇ ਵਿੱਚ, ਕੀ ਪੇਸ਼ ਕਰ ਰਹੇ ਹੋ? ਸਭ ਤੋਂ ਪਹਿਲਾਂ ਮੈਂ ਪੇਸ਼ੇ ਨਜ਼ਰ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਬਹੁਤ ਮੇਰਾ ਦਿਲ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਜੀ 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 ਮੈਂ ਜੀ ਬੜੀ ਦੇਰ ਤੋਂ ਰੰਗਮੰਚ ਦੇ ਵਿੱਚ ਨਾਲ ਜੁੜੀ ਤਾਂ ਹੋਈ ਹਾਂ, ਪਰ ਮੇਰੀ ਜੀ ਇੱਕ ਤਮੰਨਾ ਸੀ ਕਿ ਮੈਂ ਸੋਲੋ ਪਲੇ ਕਰਾਂ ਤੇ ਗੁੱਡ ਡਾਇਰੈਕਟ ਕਰਾਂ, ਜੀ ਤੇ ਉਹ ਵਾਲੀ ਤਮੰਨਾ ਮੇਰੀ ਮਤਲਬ ਜੀ ਇਸ ਬੋਹੀਮੀਅਨ ਵੀ ਮੰਚ ਨੇ ਮੇਰੀ ਪੂਰੀ ਕੀਤੀ ਹੈ ਕਿ ਮੈਂ ਮਤਲਬ ਇੱਕ ਸੋਲੋ ਨਾਟਕ ਤਿਆਰ ਕਰ ਪਾਈ। ਚਾਹੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਸਾਰੇ ਹੀ ਮਤਲਬ ਜੋ ਅਸੀਂ ਨਹੀਂ ਕਰ ਸਕੇ ਸੀਗੇ, ਤੇ ਪਰ ਮੈਂ ਕਹਿ ਰਹੀ ਹਾਂ ਕਿ ਮੇਰੀ ਬਹੁਤ ਵੱਡੀ ਦਿਲੀ ਇੱਛਾ ਤੇ ਉਹ ਮੇਰੀ ਪੂਰੀ ਹੋਈ ਹੈ ਤੇ ਬੋਹੀਮੀਅਨਸ ਨੇ ਪੂਰੀ ਕੀਤੀ ਜੀ। ਤੇ ਅੱਜ ਉਹ ਨਾਟਕ ਗੁਰਮੀਤ ਕਲਿਆਣ ਜੀ ਦੀ ਸਟੋਰੀ ਹੈ ਤੇ ਇਹ ਉਸ ਮੈਂ ਥੋੜਾ ਦੱਸ ਦਵਾਂ ਪਲੇ ਬਾਰੇ। ਪਲੇ ਬਾਰੇ ਦੱਸ ਜਾਵਾਂ ਜੀ? ਹਾਂਜੀ ਹਾਂਜੀ ਪਲੀਜ਼। ਇਸ ਕਹਾਣੀ ਦੇ ਵਿੱਚ ਇਹ ਹੈ ਕਿ ਮੈਂ ਸਿਰਫ ਰਿਪਰੈਜ਼ੈਂਟ ਕੀਤਾ ਆ, ਜ਼ਿਆਦਾ ਮੈਂ ਥੀਏਟਰ ਦਾ ਉਸ ਨੂੰ ਦੇਖਦੇ ਹੋਏ ਕਿ ਮੂਵਮੈਂਟ ਬਹੁਤ ਘੱਟ ਨੇ, ਇੱਕੋ ਜਗ੍ਹਾ ਤੇ ਖੜ ਕੇ ਜਿੰਨੀ ਕੋਈ ਕੋਸ਼ਿਸ਼ ਕਰ ਸਕੀ ਮੈਂ ਆਪਣਾ ਮੈਂ ਕਰ ਸਕੀ ਹਾਂ। ਦੇਖੋ ਬਾਕੀ ਤੁਸੀਂ ਦੇਖਣਾ। ਤੇ ਸਟੋਰੀ ਇਹ ਕਿ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਜਿਵੇਂ ਲੋਕਡਾਊਨ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਬੰਦ ਆ ਜੀ, ਇਸ ਤਰ੍ਹਾਂ ਹੀ ਇੱਕ ਪਿੰਡਾਂ ਦੇ ਵਿੱਚ ਜਿਹੜੀ ਗੋਹਾ ਕੂੜਾ ਕਰਨ ਵਾਲੀ, ਆਪਣੇ ਹੱਥੀਂ ਕਿਰਤ ਕਰਨ ਵਾਲੀ ਔਰਤ। ਹਾਂਜੀ ਮੈਮ, ਇਸ ਤਰ੍ਹਾਂ ਜੀ ਸੁਖਵਿੰਦਰ ਜੀ, ਅਸੀਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਾਂ ਕਿਉਂਕਿ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕ ਜਿਹੜੇ ਨੇ ਉਹ ਆਪਣੇ ਆਪ ਉਸ ਨਾਟਕ ਨੂੰ ਵੇਖਣ ਤੇ ਉਹਦੇ ਬਾਰੇ ਅਸੀਂ ਚਰਚਾ ਵੀ ਕਰਾਂਗੇ, ਗੱਲਬਾਤ ਵੀ ਕਰਾਂਗੇ, ਉਹਨਾਂ ਦੇ ਸਵਾਲ ਵੀ ਆਉਣਗੇ ਸਾਡੇ ਨਾਲ, ਅਸੀਂ ਉਹਨਾਂ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਤੇ ਹਾਂਜੀ, ਸਿਰਫ ਕਹਾਣੀ ਤੇ ਜਾਂ ਨਾਟਕ ਦਾ ਜੋ ਰਾਈਟਰ ਹੈ ਜਾਂ ਉਹਦਾ ਨਾਮ ਕੀ ਹੈ, ਕਹਾਣੀ ਦਾ, ਆਪਾਂ ਉਹ ਗੱਲ ਕਰਕੇ ਪੇਸ਼ੇ ਨਜ਼ਰ ਦੇ ਵਿੱਚ ਉਹਦੀ ਝਲਕ ਵੇਖਦੇ ਹਾਂ ਜਾਂ ਉਹ ਪੇਸ਼ਕਾਰੀ ਵੇਖਦੇ ਹਾਂ, ਫਿਰ ਆਪਾਂ ਗੱਲਬਾਤ ਵੀ ਕਰਾਂਗੇ। ਮੈਮ ਸੁਖਵਿੰਦਰ ਜੀ, ਬਸ ਰਾਈਟਰ ਦਾ ਨਾਮ ਤੇ ਨਾਟਕ ਦਾ ਨਾਮ ਦੱਸ ਦਿਓ, ਬਾਕੀ ਦਰਸ਼ਕ ਦੇਖਣਗੇ ਫਿਰ ਆਪਾਂ ਗੱਲਬਾਤ ਕਰਾਂਗੇ ਜੀ। ਠੀਕ ਹੈ। ਹਾਂਜੀ ਮੈਮ, ਰਾਈਟਰ ਦਾ ਨਾਮ ਦੱਸ ਦਿਓ ਮੈਮ ਪਲੀਜ਼। ਗੁਰਮੀਤ ਕਲਿਆਣ ਜੀ। ਜਿਉਂਦਾ ਰਹਿ ਵੀ ਬਚੜੇ। ਜਿਉਂਦੇ ਰਹਿਣ ਤੇਰੇ ਬਚੜੇ, ਜਿਉਂਦੇ ਰਹਿਣ ਤੇਰੇ ਬਚੜੇ, ਜਿਉਂਦਾ ਰਵੇ ਮੇਰੇ ਬਚੜੇ, ਜਿਉਂਦਾ ਰਵੇ ਮੇਰੇ ਬਚੜੇ ਕਹਾਣੀ ਦੀ ਪੇਸ਼ਕਾਰੀ ਨਾਟਕ ਦੇ ਰੂਪ ਦੇ ਵਿੱਚ ਪੇਸ਼ਕਾਰੀ ਹੋਏਗੀ। ਗੁਰਮੀਤ ਕਲਿਆਣ ਵੀ ਉਹਨਾਂ ਦੀ ਕਹਾਣੀ ਹੈ, ਔਰ ਲੋ ਵੇਖਦੇ ਹਾਂ ਜੀ ਪੇਸ਼ੇ ਨਜ਼ਰ ਦੇ ਵਿੱਚ ਇਹ ਕਹਾਣੀ। ਸੁੱਖੋ ਨੇ ਵਾਨ ਦੀ ਢਿਲਕਣੀ ਜੀ ਮੰਜੀ ਤੇ ਗੁੱਛੀ ਗੁੱਛੀ ਹੋਏ ਪਏ ਹੀਰੇ ਪੁੱਤ ਦੇ ਮੱਥੇ ਤੇ ਹੱਥ ਰੱਖ ਕੇ ਵੇਖਿਆ। ਉਸ ਦਾ ਮੱਥਾ ਪੱਠੀ ਵਾਂਗ ਤਪ ਰਿਹਾ ਸੀ। ਉਸਨੇ ਪਾਣੀ ਨਾਲ ਭਿਉਂ ਕੇ ਪੱਟੀ ਉਸ ਦੇ ਮੱਥੇ ਤੇ ਰੱਖੀ ਤੇ ਹੀਰੇ ਨੂੰ 3-4 ਵਾਰੀ ਹਲੂਣ ਕੇ ਹਿਲਾਇਆ। ਵੇ ਮੇਰਾ ਪੁੱਤ, ਸ਼ੇਰ, ਮੇਰਾ ਸੋਹਣਾ ਪੁੱਤ, ਵੇਖ ਵੇਖ, ਹਾਦੀ ਬੀਬੀ ਕਹਿੰਦੀ ਅੱਖਾਂ ਚੱਕ ਕੇ ਵੇਖ। ਪਰ ਹੀਰੇ ਨੇ ਕੋਈ ਜਵਾਬ ਨਹੀਂ ਦਿੱਤਾ, ਨਾ ਹੀ ਉਸਨੇ ਅੱਖ ਪੱਟ ਕੇ ਦੇਖੀ। ਉਸਦਾ ਵੱਡਾ ਮੁੰਡਾ ਵੀਰਾ ਅਲਾਣੀ ਮੰਜੀ ਤੇ ਪਿਆ ਪਾਂ ਖਤੇ ਕੁੱਤੇ ਵਾਂਗ ਪਿਆ ਸੀ। ਉਸਦੇ ਮੂੰਹ ਤੇ ਮੱਖੀਆਂ ਭੜਪੜਾ ਰਹੀਆਂ ਸਨ ਤੇ ਛੋਟੀ ਕੁੜੀ ਪਿੰਦਰੀ ਚੁੱਲ੍ਹੇ ਕੋਲ ਬੈਠੀ ਡੈਂਬਰਿਆਂ ਵਾਂਗ ਕਦੇ ਮਾਂ ਵੱਲ ਤੇ ਕਦੇ ਵੀਰੇ ਵੱਲ ਝਾਕਣ ਲੱਗ ਜਾਂਦੀ ਸੀ। ਸੁੱਖੋ ਨੇ ਹੌਲੀ ਜੀ ਹੀਰੇ ਦਾ ਸਿਰ ਆਪਣੇ ਪੱਟਾਂ ਤੇ ਰੱਖ ਲਿਆ ਤੇ ਹੌਲੀ ਹੌਲੀ ਉਹਦੇ ਸਿਰ 'ਚ ਉਂਗਲਾਂ ਫੇਰਨ ਲੱਗੀ। ਵੇ ਹੀਰਿਆ, ਵੇ ਮੇਰਾ ਪੁੱਤਾ, ਹੂੰ ਹਾਂ ਤੇ ਕਰ ਤੇਰਾ ਪੁੱਤ। ਵੇਖ ਤੇਰੀ ਮਾਂ ਕਿਵੇਂ ਪਾਗਲਾ ਵਾਂਗੂ ਹੋਈ ਪਈ। ਉੱਠ ਮੇਰਾ ਲਾਲ, ਉੱਠ ਮੇਰਾ ਸੋਹਣਾ ਪੁੱਤ। ਜੇ ਆ ਗੰਦੀ ਲਾਦ ਨਾ ਹੁੰਦੀ ਤਾਂ ਅੱਜ ਆਪਣੇ ਆਪ ਮੰਦੇ ਹਾਲ ਨਾ ਹੁੰਦੇ। ਇਹ ਤਾਂ ਆਪਣੇ ਪਿਓ ਤੋਂ ਵੀ 4 ਰੁੱਤੀਆਂ ਉੱਤੋਂ ਦੀ ਗਿਆ ਹੈ।
ਹਾਏ ਨੀ ਕੀ ਬੜੀ ਕੀ ਸੋਚ ਕੇ ਮੇਰਾ ਨਾਂ ਸੁੱਖੋ ਰੱਖਿਆ ਸੀਗਾ। ਜੇ ਰੱਖਿਆ ਹੀ ਸੀਗਾ ਤਾਂ ਇੱਕ ਅੱਧਾ ਸੁੱਖ ਝੋਲੀ ਵੀ ਪਾ ਦੇ। हाँ सचमुच सुखो ने एक दिन भी सुख नहीं सी लिया, ना पेके घर ना सहुरे घर। पेके घर भी गरीबी ना घुलदी आई सुखो नूं, सहुरे भी सप दे मुंह विच फसे डड्डू वर्गे मिले सन। गरीबी दे मुंह जो छुट जाण लई तरले मारदे। उसनूं सहुरे घर आके भी कोई खास फर्क महसूस नहीं सी होया। हाँ एक फर्क महसूस होया सी कि वो अपने घर आ गई सी, आपदे सहुरे घर। अपने सहुरे घर आके दिनां नूं धक्के लाउंदियां अपनी कुंदन वर्गी देही तो अमला खाते कुंदन नूं 3 जवाक चमके दित्ते। वे वे पुੱਤ हीरिया, वे पुੱਤ भीरिया, वे डुबड़े दिया उठ के बाहर वेख ला, शायद हैशे डॉक्टर दी दुकान ही खुली होवे। जवाक जमा सुरत नहीं करता, मैं ਉਹਨੂੰ ਟਿਕਟ ਬੱਲਾ ਹੀ ਲਵਾ ਲਿਆਵਾਂ ਕਿਤੇ। ਹਾਂ ਵੇਖ ਉੱਠ ਕੇ ਆ ਕੇ ਵੇਖ ਪਿੱਟਾ ਕਿਦਾਂ ਪੱਠੀ ਵਾਂਗ ਤੱਪਿਆ ਜਾਂਦਾ। 3 ਦਿਨ ਹੋ ਗਏ ਜਵਾਕ ਨੂੰ ਮੱਛੀਓ ਮਾਸ ਹੋਈ ਨੂੰ। ਨਾ ਬੀਬੀ ਨਾ ਬਾਹਰ ਕਿੱਥੇ ਜਾਵਾਂ, ਆ ਬਾਹਰ ਪੁਲਿਸ ਵਾਲੀ ਗੱਡੀ ਫਿਰਦੀ ਆ ਚਾਂਕਰਾ ਮਾਰਦੀ, ਕੋਈ ਦੁਕਾਨ ਨਹੀਂ ਖੁੱਲੀ। ਆ ਪੁਲਸੀਏ ਫਿਰਦੇ ਆ ਹੂਤ ਹੂਤ ਕਰਦੇ। ਉਦੋਂ ਹੀ ਪਤਾ ਲੱਗਦਾ ਜਦੋਂ ਕਿੱਟੇ ਛਾਂਗ ਦਿੰਦੇ ਆ, ਕਿਸੇ ਦੀ ਨਹੀਂ ਸੁਣਦੇ। ਆਪਣੇ ਤਾਏ ਦੀ ਗੱਲ ਸੁਣ ਲਾ, ਪਰਸੋਂ ਤਾਸ਼ ਖੇਡਦਿਆਂ ਦੀ ਸਿਆਣੇ ਵੇਲਿਆਂ ਦੀ ਖੜਕੈਤੀ ਕਰਦੀ। ਮੈਂ ਨਹੀਂ ਜਾਂਦਾ। ਵੇ ਹੀਰਿਆ ਤੇਰੀ ਮਾਂ ਕਿੱਧਰ ਜਾਵੇ, ਕੀ ਕਰੇ ਕੱਲੀ ਕਾਰੀ ਧੀਵੀਂ ਨਮਾਣੀ, ਕੀ ਕਰੇ किधर नु जावे विधवा सिरों नंगी। रब ने सारे दुख इस कम्मा मारी दे सिर ते पाते। रब ने सारे दुखा दे पहाड़ इस कर्मा मारी दे सिर ते। इन्ने चुकी किथे सीखी, जेहो जिहा सीगा अमली भंगी सिर ते तां बैठा सी। ਬੰਦਾ ਤਾਂ ਮਿੱਟੀ ਦਾ ਵੀ ਮਾਣ ਹੁੰਦਾ, ਅੱਜ ਜਿਉਂਦਾ ਹੁੰਦਾ ਤੇ 100 ਔੜ ਪੌੜ ਕਰਦਾ। ਸੁਖੋ ਆਪਣੇ ਆਪ ਨਾਲ ਕੱਲੀ ਗੱਲਾਂ ਕਰੀ ਜਾਂਦੀ। ਕੁੰਦਨ ਦੀ ਮੌਤ ਹੋਈ ਸੀ ਉਦੋਂ ਭੀਰਾ ਮਸਾ 7 ਸਾਲਾਂ ਦਾ ਤੇ ਕੁੜੀ ਪਿੰਦਰੀ 5 ਸਾਲਾਂ ਦੀ ਸੀ ਤੇ ਹੀਰਾ ਮਸੀ 2.5 ਮਹੀਨਿਆਂ ਦਾ ਸੀ। ਉਦੋਂ ਕੁੰਦਨ ਨੇ ਬਸੀ ਵਾਲਿਆਂ ਨਾਲ 3 ਮਹੀਨੇ ਵਾਸਤੇ ਸਿਰੀ ਰਲ ਗਿਆ। ਤੇ ਜਿਸ ਦਿਨ ਉਸਦੀ ਮੌਤ ਹੋਈ ਸੀ ਉਸ ਦਿਨ ਵੀ ਉਹ ਖੇਤਾਂ ਵਿੱਚ ਸੀ। ਹੋਇਆ ਕੀ ਸੀ ਇਸ ਗੱਲ ਦਾ ਕਿਸੇ ਨੂੰ ਵੀ ਕੁਝ ਨਹੀਂ ਪਤਾ। ਜਾਂ ਤਾਂ ਬਸੀਆਂ ਵਾਲੇ ਜਾਣਦੇ ਸਨ ਤੇ ਜਾਂ ਉਹ ਰੱਬ। ਬਸੀ ਵਾਲਿਆਂ ਦੇ ਦੱਸਣ ਅਨੁਸਾਰ ਕੁੰਦਨ ਵੱਟਾਂ ਘੜਦਾ ਘੜੀ ਬਿੰਦ ਸਾਹ ਲੈਣ ਲਈ ਲੰਬੇ ਪੈ ਗਿਆ ਤੇ ਫਿਰ ਉੱਠਿਆ ਹੀ ਨਹੀਂ। ਸੰਸਕਾਰ ਤੋਂ ਕਈ ਦਿਨਾਂ ਬਾਅਦ ਗੱਲਾਂ ਬਾਹਰ ਆਉਣ ਲੱਗੀਆਂ। ਕੁੰਦਨ ਨੂੰ ਨਹਾਉਣ ਲੱਗਿਆ ਵਿਹੜੇ ਦੇ ਕਈ ਲੋਕਾਂ ਨੇ ਉਸ ਦੀ ਧੌਣ ਤੇ ਵੱਡੇ ਵੱਡੇ ਨੀਲ ਦੇ ਨਿਸ਼ਾਨ ਦੇਖੇ ਸਨ। ਪਰ ਸੁੱਖੋ ਕਰ ਵੀ ਕੀ ਸਕਦੀ ਸੀ, ਤੀਵੀਂ ਸੀ, ਕੱਲੀ ਗਹਿਰੀ ਤੇ ਗਰੀਬ ਤੀਵੀਂ, ਜਿਸ ਦੀ ਕੋਈ ਵੀ ਧਿਰ ਨਹੀਂ ਸੀ। ਜਿਵੇਂ ਗੱਲਾਂ ਬਾਹਰ ਨਿਕਲਣ ਲੱਗੀਆਂ ਸੀ ਉਵੇਂ ਹੀ ਅੰਦਰ ਵੀ ਚਲੀਆਂ ਗਈਆਂ। ਵੇ ਪੁੱਤ, ਵੇ ਅੱਜ ਤੀਆ ਦਿਨ ਹੋ ਗਿਆ ਤੈਨੂੰ, ਤੇਰੇ ਅੰਦਰ ਪਾਣੀ ਦੀ ਤਿੱਪ ਤੋਂ ਬਿਨਾ ਕੁਛ ਨਹੀਂ ਅੰਦਰ ਗਿਆ। ਵੇ ਜੀਵਨ ਜੋਗਿਆ, ਹਾਏ ਜੇ ਦੁਕਾਨ ਖੋਲਦੀ ਤਾਂ ਮੈਂ ਤੇਰੇ ਖਾਣ ਜੋਗਾ ਕੋਈ ਦਲੀਆ ਦੁਲੀਆ ਲੈ ਆਉਂਦੀ। ਦਾਸਦਾਰ ਕਿਸੇ ਦੁਕਾਨਦਾਰ ਦੀ ਮਿੰਨਤ ਸਪੈਦ ਕਰਕੇ ਆਪਣੇ ਆਪ ਨਾਲ ਗੱਲਾਂ ਕਰਦੀ ਸੁੱਖੋ ਗਲੀ ਚ ਬਾਹਰ ਨਿਕਲੀ ਤੇ ਦੂਰ ਤੱਕ ਨਿਗਾਹ ਮਾਰੀ। ਚਾਰੇ ਪਾਸੇ ਸਿਵਿਆਂ ਵਰਗੀ ਡਰਾਉਣੀ ਚੁੱਪ ਪਸਰੀ ਪਈ ਸੀ
ਜਿਵੇਂ ਗਲੀਆਂ 'ਚ ਕੋਈ ਦਿਓ ਲੰਘ ਗਿਆ ਹੋਵੇ, ਕਿਸੇ ਘਰ ਦਾ ਦਰਵਾਜ਼ਾ ਖੁੱਲਾ ਨਹੀਂ ਸੀ ਤੇ ਉਧਰੋਂ ਵੱਡੇ ਗੁਰਦੁਆਰੇ 'ਚੋਂ ਭਾਈ ਲੋਕਾਂ ਨੂੰ ਅੰਦਰ ਤੜੇ ਰਹਿਣ ਦਾ ਹੋਕਾ ਦੇ ਰਿਹਾ ਸੀ। ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਆ ਜਿਹੜੀ ਕਰੋਨਾ ਦੀ ਨਵੀਂ ਬਿਮਾਰੀ ਮਹਾਮਾਰੀ ਚੱਲੀ ਹੈ ਨਾ, ਇਹ ਬੜੀ ਖਤਰਨਾਕ ਆ ਭਾਈ। ਇਹ ਲਾਗ ਦੀ ਬਿਮਾਰੀ ਆ, ਕੋਈ ਇਲਾਜ ਹੈ ਨਹੀਂ। ਇਹ ਇੱਕ ਦੂਏ ਤੋਂ ਹੋ ਜਾਂਦੀ ਆ ਭਾਈ। ਬਾਹਰਲੇ ਦੇਸ਼ਾਂ 'ਚ ਲੱਖਾਂ ਲੋਕ ਮਰ ਗਏ ਇਸ ਬਿਮਾਰੀ ਨਾਲ, ਕਿਸੇ ਨੇ ਲਾਸ਼ਾਂ ਤੱਕ ਨਹੀਂ ਸੰਭਾਲੀਆਂ। ਕਈ ਦਿਨ ਸੜਕਾਂ 'ਚ ਰੁਲਦੀਆਂ ਫਿਰਦੀਆਂ ਰਹੀਆਂ। ਗਵਰਨਮੈਂਟ ਨੇ ਵੀ ਸਖਤ ਆਰਡਰ ਕਰਦੇ ਭਾਈ, ਆਪਦੇ ਘਰਾਂ 'ਚ ਰਹੋ, ਬਾਹਰ ਨਾ ਨਿਕਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਮਿਹਰ ਕਰੇ, ਸੱਚੇ ਪਾਤਸ਼ਾਹ ਗਰੀਬਾਂ ਦਾ ਤੇ ਤੂੰ ਹੀ ਹੈ, ਹੁਣ ਮਿਹਰ ਕਰੇ। ਲਾਗ ਵਾਲੀ ਬਿਮਾਰੀ ਸਾਡੇ ਤਾਂ ਜਨਮ ਲੈਂਦੇ ਹੀ ਸਾਨੂੰ ਚੰਬੜ ਜਾਂਦੀ, ਤਕੜਿਆਂ ਨੂੰ ਹੀ ਹੁਣ ਚੰਬੜੀ। ਸਾਨੂੰ ਤਾਂ ਗੁਰੂ ਘਰ ਚੌਲ ਲੈਣ ਗਿਆ ਨੂੰ ਵੀ ਦੂਰ ਬਿਠਾ ਦਿੱਤੇ ਸੀ। ਧੀਏ ਪਿੰਦਰ, ਮੇਰੀ ਸੁਰਤ ਚ ਤਾਂ ਇਹ 60 ਸਦੀ ਪਹਿਲੀ ਵਾਰੀ ਆਈ। ਤੁਹਾਡਾ ਪੜਨਾਨਾ ਦੱਸਦਾ ਹੁੰਦਾ ਸੀ ਵੀ ਜਿਵੇਂ ਆ ਕਰੋਨਾ ਵਾਲੀ ਮਹਾਮਾਰੀ ਫੈਲੀ ਆ ਨਾ, ਉਵੇਂ ਹੀ ਕੱਟੇ 'ਚ ਪਲੇਗ ਦੀ ਬਿਮਾਰੀ ਫੈਲ ਗਈ ਸੀ। ਲੋਥਾਂ ਦੇ ਢੇਰ ਲੱਗੇ ਸੀਗੇ। ਜਦੋਂ ਕਿਸੇ ਪਿੰਡ 'ਚ 10-20 ਜਣਿਆਂ ਦੀਆਂ ਮੌਤਾਂ ਹੋਣੀਆਂ ਤਾਂ ਬਾਕੀ ਪਿੰਡ ਵਾਲਿਆਂ ਨੇ ਪਿੰਡ ਛੱਡ ਕੇ ਗਾਹਾਂ ਤੁਰ ਜਾਣਾ। ਕੋਈ ਰੋਣ ਵਾਲਾ ਨਹੀਂ ਸੀ ਬਚਿਆ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ। ਬਾਰੀ ਕੋਈ ਦੀਵਾ ਜਗਦਾ ਸੀ, ਬਾਰੀ ਕੋਈ ਦੀਵਾ ਜਗਦਾ ਹੁੰਦਾ ਸੀ। ਤੇ ਹੁਣ ਕਰੋਨੇ ਵਾਲੀ ਕਰੂਗੀ। ਇਹ ਸੱਚੇ ਪਾਤਸ਼ਾਹ ਇਹ ਨਾਨਕਾ ਮਿਹਰ ਕਰੇ, ਮਿਹਰ ਕਰੇ। ਮਾਂ ਦੀਆਂ ਗੱਲਾਂ ਸੁਣ ਕੇ ਪਿੰਦਰੀ ਸੁੰਨ ਮਸੁੰਨ ਹੋਈ, ਡਰ ਨਾਲ ਹੋਰ ਵੀ ਸਹਿਮ ਗਈ ਸੀ। ਉਸ ਨੂੰ ਗਲੀ ਵਿੱਚ ਰੁਲਦੀਆਂ ਫਿਰਦੀਆਂ ਲਾਸ਼ਾਂ ਨਜ਼ਰ ਆਉਣ ਲੱਗ ਪਈਆਂ। ਬੀਬੀ ਆਪਾਂ ਕੀ ਕਰਾਂਗੇ? ਪਿੰਦਰੀ ਨੂੰ ਐਸੀ ਪਤਾ ਲੱਗ ਰਿਹਾ ਕਿ ਉਹ ਕੀ ਸਵਾਲ ਕਰ ਰਹੀ ਹੈ ਆਪਣੀ ਮਾਂ ਨਾਲ, ਪਰ ਧੀ ਦੇ ਸਵਾਲ ਨਾਲ ਸੁੱਖੋ ਅੰਦਰ ਤੱਕ ਕੰਬ ਗਈ ਸੀ। ਉਸ ਨੂੰ ਮਹਿਸੂਸ ਹੋਇਆ ਕਿ ਪਿੰਦਰੀ ਨੇ ਇਹ ਗੱਲ ਬੇਸੁਰਤ ਹੋਏ ਪਏ ਮੰਚੇ ਤੇ ਆਪਣੇ ਛੋਟੇ ਭਰਾ ਨੂੰ ਵੇਖ ਕੇ ਆਖੀ। ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਫਿਰ? ਸੋਚਦਿਆਂ ਸੁੱਖੋ ਦਾ ਤਰਾ ਨਿਕਲ ਗਿਆ ਤੇ ਉਸ ਦੀਆਂ ਅੱਖਾਂ ਅੱਗੇ ਹੀਰੇ ਦੀ ਰੁਲਦੀ ਫਿਰਦੀ ਲਾਸ਼ ਘੁੰਮਣ ਲੱਗੀ। ਨਹੀਂ, ਐ ਨਹੀਂ ਮੈਂ ਰੋਣ ਦਿੰਦੀ ਆਪਣੇ ਪੁੱਤ ਦੀ ਮਿੱਟੀ। ਆਪਣੇ ਕਨੇੜੇ ਚੁੱਕੇ ਲੈ ਜਾਓ ਮੈਂ ਆਪਣੇ ਪੁੱਤ ਨੂੰ ਸਵਿਆਂ ਤੱਕ। ਅੱਗੇ ਵੀ ਤਾਂ 12 ਸਾਲ ਚੱਕੀ ਫਿਰਦੀਆਂ। ਹਾਂ 12 ਸਾਲ ਹੋ ਗਏ ਸੀ ਆਪਣੇ ਪੁੱਤ ਨੂੰ ਕਨੇੜੇ ਚੁੱਕੀ ਫਿਰਦਿਆਂ। ਨਿਰਾ ਹੱਡੀਆਂ ਦੀ ਮੋਟੀ, ਨਾ ਲੱਤਾਂ ਕੰਮ ਕਰਦੀਆਂ ਸੀ ਤੇ ਨਾ ਬਾਹਾਂ। ਕਹਿਣ ਖਵਾਉਣ ਨੂੰ ਬਸ ਕਰਦਾ ਸੀ ਤੇ ਮੰਜੀ ਤੇ ਟੱਟੀ ਪਿਸ਼ਾਬ ਕਰਦਾ ਸੀ। ਕੱਪੜਿਆਂ ਦੀ ਗਠੜੀ ਵਾਂਗ
ਹੀਰਾ ਮੰਜੀ ਤੇ ਪਿਆ ਰਹਿੰਦਾ ਤੇ ਖਾਲੀ ਖਾਲੀ ਅੱਖਾਂ ਨਾਲ ਝਾਕੀ ਜਾਂਦਾ ਤੇ ਜਿੱਧਰ ਮਾਂ ਜਾਂਦੀ ਉਧਰ ਹੀ ਨਜ਼ਰਾਂ ਘੁਮਾ ਜਾਂਦਾ। ਦਿਨ ਵੇਲੇ ਜਦੋਂ ਸੁੱਖੋ ਲੋਕਾਂ ਦੇ ਘਰੇ ਗੋਹਾ ਕੂੜਾ ਕਰਨ ਜਾਂਦੀ ਤਾਂ ਹੀਰੇ ਨੂੰ ਸਾਂਭ ਸੰਭਾਲਣ ਦੀ ਵਾਰੀ ਪਿੰਦਰੀ ਦੀ ਆ ਜਾਂਦੀ। ਲੋਕਾਂ ਦੇ ਘਰਾਂ 'ਚ ਆਪਣੇ ਸਿਰ ਤੇ ਗੋਹੇ ਦੇ ਟੋਕਰੇ ਚੁੱਕੀ ਉਹਦੀ ਸੁਤਾ ਆਪਣੇ ਹੀਰੇ ਪੁੱਤ 'ਚ ਹੀ ਭਟਕਦੀ ਰਹਿੰਦੀ। ਉਹ ਕਾਲੀ ਕਾਲੀ ਕੰਮ ਨਿਬੇੜ ਕੇ ਘਰ ਵੱਲ ਨੂੰ ਦੌੜਦੀ, ਆਪਣੇ ਪੁੱਤ ਨੂੰ ਘਨੇੜੇ ਚੱਕੀ ਸਾਰੇ ਪਿੰਡ ਵਿੱਚ ਫਿਰਦੀ ਰਹਿੰਦੀ। ਵੇ ਪੁੱਤ ਆ ਵੇਖ, ਹੈ ਆ ਤੇਰੇ ਚਾਚੇ ਦਾ ਘਰ ਆ ਤੇ ਉਹ ਤੇਰੇ ਤਾਏ ਕਿਆਂ ਦਾ ਘਰ ਆ। ਆਪਣੇ ਨਾਲ ਵਰਤਦੇ ਨਹੀਂ, ਆਪਾਂ ਗਰੀਬ ਜੋ ਹੋਏ। ਚੱਲ ਕੋਈ ਨਾ ਪੁੱਤ, ਤੂੰ ਘਬਰਾਈ ਨਾ। ਹਾਂ ਉਹ ਵੇਖ ਆ ਵੀ ਮੇਰਾ ਪੁੱਤ, ਆਪਣੇ ਪੀਰਾਂ ਦੀ ਜਗ੍ਹਾ ਆ, ਬੜੀ ਸਖਤੀ ਵਾਲੀ ਜਗ੍ਹਾ ਆ ਪੁੱਤ। ਭਾਵੇਂ ਉਂਝ ਸਾਡੇ ਨਾਲ ਹੁੰਦਰਾਜ ਆ, ਪਰ ਕੋਈ ਨਾ ਪੁੱਤ, ਇਹਨਾਂ ਪੀਰਾਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਹੜੇ ਵੇਲੇ ਖੁਸ਼ ਹੋ ਜਾਣ। ਮੇਥੋਂ ਨਜ਼ਰ ਨਿਆਜ਼ ਨਹੀਂ ਨਾ ਦੇ ਹੁੰਦੀ ਪੁੱਤਾ, ਪਰ ਫੇਰ ਵੀ ਗਰੀਬੀ ਦਾ ਵੇ ਮੈਂ ਵੀਰਵਾਰ ਦੇ ਵੀਰਵਾਰ ਚੂਰਮਾ ਚੜਾ ਜਾਂਦੀ ਆ। ਇਹ ਆਪਣੇ ਬਾਲਕ ਨਾਥ ਦਾ ਮੰਦਰ ਆ ਪੁੱਤ। ਦੀਵਾਲੀ ਦੇ ਦੀਵਾਲੀ ਆਪਾਂ ਦੀਵੇ ਜਗਾਉਨੇ ਆ। ਉਹ ਵੀ ਪੁੱਤ ਉਹ ਗੁਰਦੁਆਰਾ ਸੰਗਰਾਂਦ ਦੀ ਸੰਗਰਾਂਦ ਮੈਂ ਆਪਣੇ ਪੁੱਤ ਨੂੰ ਮੱਥਾ ਟਿਕਾਉਣੀ ਆ ਉੱਤੇ। ਪਰ ਹੀਰੇ ਨੂੰ ਆਪਣੀ ਮਾਂ ਦੀ ਕੋਈ ਵੀ ਗੱਲ ਸਮਝ ਨਹੀਂ ਸੀ ਆਉਂਦੀ। ਉਹ ਆਪਣੇ ਮਾਂ ਦੇ ਮੂੰਹ ਖੁੱਲਦੇ ਨੂੰ ਤੇ ਬੰਦ ਹੁੰਦੇ ਨੂੰ ਝਾਕੀ ਜਾਂਦਾ, ਕਰਦਾ ਰਹਿੰਦਾ। ਬੀਬੀ ਕਰੋਨੇ ਵਾਲੀ ਬਿਮਾਰੀ ਕਦੋਂ ਤੱਕ ਚੱਲੂ? ਆਪਣੇ ਤਾਂ ਆਟਾ ਵੀ ਹੈ ਨਹੀਂ। ਨਾਲੇ ਬੀਬੀ ਹਵੇਲੀ ਵਾਲਿਆਂ ਨੇ ਤੈਨੂੰ ਕੰਮ ਤੋਂ ਵੀ ਜਵਾਬ ਦੇਤਾ ਤੇ ਹੁਣ ਉਹਨਾਂ ਦੇ ਝਾੜੂ ਪੋਚਾ ਕੌਣ ਕਰਦਾ ਹੋ? ਸਰਦਾਰਨੀਆਂ ਨੇ ਤਾਂ ਕਦੇ ਆਪਦੇ ਹੱਥ ਨਾਲ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਪੀਤਾ। ਪੁੱਤ ਦੁਨੀਆ ਡਰੀ ਖੜੀ ਆ ਕਰੋਨੇ ਵਾਲੀ ਬਿਮਾਰੀ ਤੋਂ। ਹਵੇਲੀ ਵਾਲੇ ਡਰਦੇ ਆ ਵੀ ਕਿਤੇ ਲਾਗ ਵਾਲੀ ਬਿਮਾਰੀ ਨਾ ਲੈ ਜਾਵਾਂ ਉਹਨਾਂ ਦੇ ਘਰੇ। ਬੀਬੀ ਤੂੰ ਆਪੇ ਤਾਂ ਨਹੀਂ ਹੁੰਨੀ ਆ ਵੀ ਹਵੇਲੀ ਵਾਲਿਆਂ ਕੋਲ ਤਾਂ ਬੋਲਾ ਹੀ ਪੈਸਾ ਆ, ਉਹ ਫਿਰ ਐਵੇਂ ਡਰੀ ਜਾਂਦੇ ਆ। ਬੀਬੀ ਅਮੀਰਾਂ ਨੂੰ ਇਹ ਬਿਮਾਰੀ ਵੱਧਦੀ ਪੈਂਦੀ ਆ, ਜਿੰਨਾ ਕੋਲ ਬਾੜੇ ਪੈਸੇ ਹੁੰਦੇ ਆ ਨਾ ਉਹ ਉਨਾ ਹੀ ਡਰਦੇ ਆ। ਸੁੱਖੋ ਨੇ ਬਰਕੈਨ ਤੇ ਚਿੜੀ ਦੇ ਆਲਣੇ ਵੱਲ ਵੇਖਿਆ। ਚਿੜੀ ਆਪਣੇ ਬੋਟ ਦੇ ਮੂੰਹ 'ਚ ਚੋਗਾ ਪਾ ਰਹੀ ਸੀ। ਹੀਰੇ ਨੂੰ ਖਵਾਉਣ ਲਈ ਘਰ ਵਿੱਚ ਨਾ ਤਾਂ ਦਲੀਆ ਸੀ ਤੇ ਨਾ ਹੀ ਚੌਲ ਸੀ ਕਿ ਖਿਚੜੀ ਬਣਾ ਕੇ ਖਵਾ ਦੋ। ਸੁੱਖੋ ਨੂੰ ਹਵੇਲੀ ਵਾਲਿਆਂ ਤੇ ਬਹੁਤ ਗੁੱਸਾ ਆਇਆ ਕਿ ਉਹਨਾਂ ਨੇ ਖੜੇ ਪੈਰ ਉਸ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਸੀ। ਉਸ ਦਿਨ ਵੀ ਉਹ ਸੱਜ ਰਹੀ ਘਰੋਂ ਕੰਮ ਕਰਨ ਲਈ ਨਿਕਲੀ ਸੀ ਤੇ ਉਹਨਾਂ ਦੇ ਘਰ ਜਾਂਦੇ ਹੀ ਜਦੋਂ ਹੀ ਸਫਾਈ ਕਰਨ ਲਈ ਝਾੜੂ ਫੜਿਆ ਤੇ ਉਦੋਂ ਹੀ ਸਰਦਾਰਨੀ ਨੇ ਪੋਲੇ ਜਿਹੇ ਮੂੰਹ ਨਾਲ ਆਖਿਆ, ਸੁੱਖੋ 10-20 ਦਿਨ ਹੁਣ ਕੰਮ ਤੇ ਨਾ ਆਈ। ਹਾਂ ਬਿਮਾਰੀ ਸ਼ਮਾਰੀ ਵਾਲੇ ਦਿਨ ਨਿਕਲ ਜਾਣਾ, ਫਿਰ ਵੇਖਾਂਗੇ, ਅਸੀਂ ਔਖਾ ਸੌਖਾ ਆਪੇ ਸਾਥ ਕਰੀਏ। ਤੇ ਸਭ ਕੁਝ ਇੰਨਾ ਅਚਾਨਕ ਵਾਪਰਿਆ ਸੀ ਕਿ ਸੁੱਖੋ ਉਸ ਵਾਸਤੇ ਮਾਨਸਿਕ ਤੌਰ ਤੇ ਬਿਲਕੁਲ ਵੀ ਤਿਆਰ ਨਹੀਂ ਸੀ। ਇਸ ਲਈ ਉਸਨੇ ਸਰਦਾਰਨੀ ਕੋਲੋਂ ਨਾ ਹੀ ਕੋਈ ਲੋੜ ਮੁਤਾਬਕ ਪੈਸੇ ਤੇ ਨਾ ਹੀ ਕੋਈ ਸਮਾਨ ਲਿਆ। ਜਿਸ ਤਰ੍ਹਾਂ ਉਹ ਆਈ ਉਦਾਂ ਹੀ ਭੌਂਦੇ ਪੈਰੀ ਵਾਪਸ ਆ ਗਈ ਸੀ। ਪਿੰਦਰੀ ਨੇ ਮਾਂ ਨੂੰ ਬਰਕੈਨ ਵੱਲ ਵੇਖਣ ਦਾ ਇਸ਼ਾਰਾ ਕੀਤਾ। ਉੱਥੇ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਬਰਕੈਨ ਦੀ ਟਾਹਣੀ ਤੇ ਆ ਬੈਠੀਆਂ ਸਨ। ਚੁਰ ਚੁਰ ਕਰਦੀਆਂ, ਨਿੱਕੇ ਨਿੱਕੇ ਪੂੰਝਿਆਂ ਵਾਲੀਆਂ
ਮਟਮੈਲੀਆਂ ਤੇ ਗੂੜੇ ਨੀਲੇ ਰੰਗ ਦੀਆਂ ਚਿੜੀਆਂ ਚੁੱਚਲ ਪਾਈ ਜਾਂਦੀਆਂ ਸੀ ਤੇ ਦੂਰ ਕਿਤੋਂ ਕਿਸੇ ਰੁੱਖ ਤੇ ਬੈਠੀ ਕੋਇਲ ਦੀ ਗਾਉਣ ਦੀ ਆਵਾਜ਼ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਮੁਟਿਆਰ ਸੁਹਾਗ ਗਾ ਰਹੀ ਹੈ ਤੇ ਕਿੰਨੇ ਹੀ ਜਨੌਰਾਂ ਦੀਆਂ ਆਵਾਜ਼ਾਂ ਹਵਾ ਦੇ ਵਿੱਚ ਘੁਲ ਮਿਲ ਗਈਆਂ ਸੀ। ਟਟਹਿਰੀ ਦੀ ਚਿਰਚਿਰ, ਟਟਹਿਰੀ ਦੀ ਟਿੱਟਰ ਤੇ ਧਰਮਸ਼ਾਲਾ ਦੇ ਪਿੱਪਲ ਤੋਂ ਮੋਰ ਦੀ ਕਿਉਂ ਕਿਉਂ ਦੀ ਆਵਾਜ਼ ਇੰਨੀਆਂ ਰਲ ਗਿੜ ਗਈਆਂ ਸਨ ਕਿ ਇੱਕ ਬਹੁਤ ਪਿਆਰਾ ਸੰਗੀਤ ਸਿਰਜ ਰਹੀਆਂ ਸਨ। ਪਿੰਦਰੀ ਨੇ ਪਹਿਲੀ ਵਾਰੀ ਇਹੋ ਜਿਹੀਆਂ ਆਵਾਜ਼ਾਂ ਸੁਣੀਆਂ ਸੀ। ਬੀਬੀ ਇਹ ਜਨੌਰ ਗਾਉਂਦੇ ਕਿੰਨੇ ਹੀ ਸੋਹਣੇ ਲੱਗਦੇ ਹੈ, ਜਣੀ ਦੇ ਗੀਤ ਗਾਈ ਜਾਂਦੇ। ਮੇਰਾ ਤਾਂ ਜੀ ਕਰਦਾ ਹੈ ਐ ਬੈਠੀ ਸੁਣੀ ਜਾਵਾਂ। ਪਹਿਲਾਂ ਤਾਂ ਆ ਵੱਡੇ ਵੱਡੇ ਘਰਾਂ ਦੀਆਂ ਕਾਰਾਂ ਜੀਪਾਂ ਦੀਆਂ ਆਵਾਜ਼ਾਂ ਹੀ ਸੁਣਦੀਆਂ ਹੁੰਦੀਆਂ ਸੀ, ਪੀ ਪੀ ਓ ਜੇ ਖਣੇ ਇਹਨਾਂ ਗਰੀਬ ਜੀਆਂ ਨੂੰ ਤੇ ਕੋਈ ਬੋਲਣ ਨਹੀਂ ਸੀ ਦਿੰਦਾ। ਹਾਂ, ਗਰੀਬਾਂ ਨੂੰ ਕੌਣ ਬੋਲਣ ਦਿੰਦਾ? ਕੁਦਰਤ ਜਦੋਂ ਆਪ ਦੇ ਰੰਗਾਂ ਤੇ ਹੁੰਦੀ ਹੈ ਨਾ, ਗਰੀਬ ਲੋਕ ਤਾਂ ਉਦੋਂ ਬੋਲਦੇ ਨੇ, ਤਕੜੇ ਤਾਂ ਉਦੋਂ ਅੰਦਰ ਹੀ ਵੜ ਜਾਂਦੇ ਨੇ। ਇੱਕ ਵਾਰ ਸੁੱਖੋ ਦੇ ਚਿਹਰੇ ਤੇ ਖੁਸ਼ੀ ਦੀ ਹਲਕੀ ਜੀ ਪਰਤ ਫਿਰ ਗਈ। ਗਲੜਾ ਨਾਲ ਉਸ ਤੇ ਹੀਰੇ ਪੁੱਤ ਦਾ ਖਾਸਾ ਮੋਹ ਸੀ। ਵੇੜੇ ਚ ਟਪੂਸੀਆਂ ਮਾਰਦੀਆਂ ਫਿਰਦੀਆਂ ਗਲੜਾ ਨੂੰ ਵੇਖ ਕੇ ਹੀਰਾ ਪੁੱਤ ਪਲਸੇਟੇ ਮਾਰਨ ਲੱਗ ਜਾਂਦਾ ਸੀ ਤੇ ਸੁੱਖੋ ਰੋਟੀ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਹਦੇ ਮੰਜੀ ਦੇ ਆਲੇ ਦੁਆਲੇ ਖਿਲਾਰ ਦਿੰਦੀ ਸੀ ਤੇ ਹੀਰਾ ਉਹਨਾਂ ਗਲੜਾ ਨੂੰ ਨਿੱਕੀ ਨਿੱਕੇ ਰੋਟੀ ਦੇ ਟੁਕੜਿਆਂ ਨੂੰ ਆਪਦੀਆਂ ਦੋਵੇਂ ਅਗਲੀਆਂ ਲੱਤਾਂ 'ਚ ਫੜ ਕੇ ਤੇ ਮੂੰਹ ਨਾਲ ਕੁਰਚ ਕਰਦੀਆਂ ਗਲੜਾ ਨੂੰ ਵੇਖ ਕੇ ਹੀਰੇ ਨੂੰ ਅਗੰਮੀ ਖੁਸ਼ੀ ਚੜ ਜਾਂਦੀ ਸੀ। ਨਾ ਬੇਬੀਏ, ਅੱਜ ਗਰੀਬਾਂ ਨੂੰ ਰਾਸ਼ਨ ਨਹੀਂ ਸੀ ਵੰਡਾ ਜਾਣਾ? ਪਿੰਦਰੀ ਦੇ ਇਸ ਸਵਾਲ ਨੇ ਸੁੱਖੋਂ ਨੂੰ ਖਿਆਲਾਂ 'ਚੋਂ ਬਾਹਰ ਕੱਢਿਆ। ਉਹਨਾਂ ਨੂੰ ਵੰਡਿਆ ਹੋਊ ਜਿਹੜੇ ਗਰੀਬ ਹੋਣਗੇ, ਆਪਾਂ ਪੁੱਤ ਨਹੀਂ ਗਰੀਬ ਹੋਣੇ ਅਗਲਿਆਂ ਦੀ ਨਿਗਾਹ 'ਚ। ਬਥੇਰਾ ਰਾਸ਼ਨ ਪਾਣੀ ਵੰਡਿਆ ਆਪਦੇ ਪੁੱਤ, ਸਾਰੇ ਭਰਿਆਂ ਨੂੰ ਭਰਦੇ। ਨਸ਼ੇ ਦੀ ਤੋੜ ਦਾ ਭੰਨਿਆ ਹੋਇਆ ਭੀਰਾ ਮੰਜੀ ਤੋਂ ਫੇਰ ਉੱਠ ਖਲੋਤਾ। ਭਾਲਦੀ ਹੈ ਰਾਸ਼ਨ। ਉਦੋਂ ਤਾਂ ਬੋਲਣ ਲੱਗੀ ਅੱਗਾ ਪਿੱਛਾ ਨਹੀਂ ਵੇਖਦੀ। ਕੀ ਲੋੜ ਸੀ ਤੈਨੂੰ ਸਰਪੰਚ ਨਾਲ ਉੱਚਾ ਨੀਵਾ ਬੋਲਣ? ਅਗਲਾ ਹੁਣ ਤਾਂ ਹੀ ਗੁੰਦਕ ਰੱਖਦਾ। ਆਹੋ ਭਾਈ, ਸੱਚੀਆਂ ਜੋ ਸੁਣਾਦੀਆਂ ਸੀਗੀਆਂ ਤੇ ਸੱਚੀ ਗੱਲ ਤੇ ਕਿਹਨੂੰ ਮਿਰਚਾਂ ਨਹੀਂ ਲੱਗਦੀ। ਮੈਂ ਕੋਈ ਗਲਤ ਤਾਂ ਨਹੀਂ ਸੀ ਕਿਹਾ। ਮੈਂ ਇਹੀ ਆਖਿਆ ਸੀ ਸਰਪੰਚਾ ਕਿ ਨਰੇਗਾ ਦਾ ਕੰਮ ਸਾਰਿਆਂ ਨੂੰ ਵੰਡ ਕੇ ਦਿਆ ਤੇ ਆਪਦਿਆਂ ਨੂੰ ਤਾਂ ਕੰਮ ਤੇ ਹੀ ਜਾਓ ਤੇ ਮੇਰੇ ਵਰਗਿਆਂ ਨੂੰ ਆਖੋ ਕੰਮ ਹੈ ਨਹੀਂ। ਮੈਨੂੰ ਨਹੀਂ ਪਤਾ ਕਾਗਜ਼ਾਂ 'ਚ ਕੀ ਲੁੱਟ ਭੜੁੱਤੀਆਂ ਕਰਦੇ ਨੇ, ਸੱਚੀਆਂ ਝੂਠੀਆਂ ਦਿਹਾੜੀਆਂ ਪਾ ਕੇ ਆਪਦੇ ਬੱਬਰ ਭਰ ਲੈ। ਤਾਂ ਇਹਦੇ ਵਿੱਚ ਜੇ ਕਿਸੇ ਨੂੰ ਗੁੱਸਾ ਲੱਗਦਾ ਤਾਂ ਬੰਦਾ ਅਰਮਾਨ ਨਾਲ ਵੀ ਤੇ ਕਹਿ ਸਕਦਾ ਬੀਬੀ। ਜ਼ਰੂਰੀ ਤਾਂ ਨਹੀਂ ਹੁੰਦਾ ਕਿ ਬੰਦੇ ਤੁਰੇ ਜਾਂਦੇ ਨੂੰ ਰਾਹ 'ਚ ਖੜਾ ਕੇ 100 ਬੰਦਿਆਂ 'ਚ ਠਿੱਠ ਕਰੇ। ਰਮਾਨ ਨਾਲ ਹੀ ਆਖਿਆ ਸੀਗਾ ਪੁੱਤ। ਹੁਣ ਤੂੰ ਹੀ ਦੱਸ, ਕੈ ਵਰੇ ਹੋ ਗਏ ਮੈਨੂੰ ਪਿਲਸਨ ਦੇ ਕਾਗਜ਼ ਭਰਦੀ ਹੋਈ ਕੋਈ ਸੁਣਵਾਈ? ਆ ਸਿਰ ਤੇ ਮੈਂ ਗੋਹੇ ਦੇ ਬੱਠਲ ਢੋ ਕੇ 300 ਰੁਪਇਆ ਕਮਾਇਆ ਸੀ ਤੇ ਉਹ ਵਿਹੜੇ ਦੇ ਮੈਂਬਰ ਦੇ ਢਿੱਡ 'ਚ ਪਾਤਾ। ਆਖੇ ਪਿਲਸਨ ਵਾਲੇ ਦਫ਼ਤਰ 'ਚ ਦੇਣਾ। ਅੱਜ ਲੱਗਦੀ ਪਿਲਸਨ। ਹੁਣ ਦੱਸ ਨਾ, ਹੁਣ ਮੈਂ ਖੰਡ ਪਾਵਾਂ ਇਹਨਾਂ ਭੁੱਖੜਾਂ ਨੂੰ? 12 ਵਰੇ ਹੋ ਗਏ ਰੰਡੇ ਪਾਣ ਨੂੰ, ਕਿਸੇ ਅੱਗੇ ਹੱਥ ਨਹੀਂ ਟੱਟਿਆ। ਗਰੀਬੀ ਪੇਕੇ ਘਰ ਵੀ ਬਥੇਰੀ ਵੀ। ਬਾਈ ਨੇ ਆਖਣਾ ਆਪਦੀ ਕਰਕੇ ਖਾ ਲੋ, ਅੱਧੀ ਖਾ ਲੋ। ਤੇ ਇਹੀ ਗੱਲ ਨਾਨੀ ਨੇ ਆਖਣੀ ਕਿ ਬੰਦਾ ਗਰੀਬ ਹੋਵੇ ਪਰ ਨੀਤ ਦਾ ਗਰੀਬ ਨਾ ਹੋਵੇ। ਇਹਨਾਂ ਹੱਥਾਂ ਨਾਲ ਮਿਹਨਤ ਮਜ਼ਦੂਰੀ ਕਰਕੇ ਰੋਟੀ ਕਮਾਈ ਤੇ ਤੁਹਾਡੇ ਮੂੰਹਾਂ 'ਚ ਪਾਈ। ਕੱਲੀ ਗਾਰੀ ਜਨਾਨੀ ਨੂੰ ਦਿਹਾੜੇ ਕੱਟਣੇ ਬਹੁਤ ਔਖੇ ਹੁੰਦੇ ਆ। ਜਣਾ ਖਣਾ ਕੁੜਤੀ ਰੋੜੀ ਸਮਝਦਾ।
ਤੁਹਾਡੀ ਮਾਂ ਗਰੀਬ ਜ਼ਰੂਰ ਹੈ, ਕਿਸੇ ਤੋਂ ਚੱਕਣ ਵਾਲੀ ਨਹੀਂ। ਜੇ ਚੱਕਣ ਵਾਲੀ ਹੁੰਦੀ ਤਾਂ ਕਦੋਂ ਦੀ ਕੋਠੇ ਦੀ ਗ੍ਰਾਂਟ ਲੈ ਲੈਂਦੀ। ਆਪਣੇ ਲਿਹਾਜ਼ ਵਾਲੇ ਬਥੇਰੇ ਘਰਾਂ ਨੂੰ ਕੋਠੇ ਦੀ ਮੁਰੰਮਤ ਵਾਸਤੇ ਸਰਕਾਰੀ ਗ੍ਰਾਂਟ ਦਵਾਈ ਪੰਚਾਇਤ ਵਾਲਿਆਂ ਨੇ, ਚੰਗੇ ਭਲੇ ਪੱਕੇ ਕੋਠਿਆਂ ਦੇ ਪੈਸੇ ਦਵਾਤੇ, ਪਰ ਮੈਨੂੰ ਨਹੀਂ। ਬੀਬੀ ਆਪਣਾ ਕੋਠਾ ਤਾਂ ਜਮਾ ਹੀ ਖੂਹ ਬਣਿਆ ਪਿਆ। ਮੀਂਹ ਆਏ ਤੋਂ ਐ ਲੱਗਦਾ ਜਿਵੇਂ ਮੀਂਹ ਬਾਹਰ ਨਹੀਂ ਆਪਣੇ ਕੋਠੇ ਅੰਦਰ ਹੀ ਪੈਂਦਾ। ਵੱਡੇ ਵੱਡੇ ਭੋਰੇ ਬਣੇ ਪਏ ਛੱਤ 'ਚ, ਤੇ ਜਣੀ ਦੀ ਲੱਗਦਾ ਹੈ ਕਿ ਹੁਣ ਵੀ ਟਿੱਕੀ, ਹੁਣ ਵੀ ਟਿੱਕੀ। ਤੇ ਆਹ ਸ਼ੋਰ ਮੈਨੂੰ ਕਹਿੰਦਾ ਕਿ ਆਪਣੇ ਘਰ ਭਰਨ ਵਾਲੇ ਮੈਂਬਰਾਂ ਸਰਪੰਚਾਂ ਨੂੰ ਮਾੜਾ ਨਾ ਆਖਾ। ਅਸੀਂ ਭਾਵੇਂ ਛੱਤ ਥੱਲੇ ਹੀ ਆ ਜੀ ਨਾ, ਇਹਨਾਂ ਡਾਕੂਆਂ ਨੂੰ ਕੀ ਆ ਕਿਸੇ ਗਰੀਬ ਗੁਰਬੇ ਦੀ ਜਾਨ ਨਾਲ। ਇਹ ਤਾਂ ਸਾਨੂੰ ਗਰੀਬ ਗੁਰਬਿਆਂ ਨੂੰ ਕੀੜੇ ਮਕੌੜੇ ਸਮਝਦੇ। ਭਾਵੇਂ ਅਸੀਂ ਕਿਸੇ ਛੱਤ ਥੱਲੇ ਆ ਕੇ ਮਰ ਜਾਈਏ, ਗਰੀਬੀ ਨਾਲ ਮਰ ਜਾਈਏ, ਭਾਵੇਂ ਕਿਸੇ ਮਹਾਮਾਰੀ ਨਾਲ ਆ ਕੇ ਮਰ ਜਾਈਏ। ਨਾ ਵੀ ਸੁੱਖੀ ਸੰਦੀ ਆਪਾਂ ਕਿਉਂ ਮਰੀਏ? ਮਰਨ ਤੇ ਉਹ ਜਿਹੜੇ ਕਿਸੇ ਨਾਲ ਇਨਸਾਫ ਨਹੀਂ ਕਰਦੇ, ਮਰਨ ਉਹ ਜਿਹੜੇ ਕਿਸੇ ਗਰੀਬ ਗੁਰਬੇ ਦਾ ਹੱਕ ਮਾਰਦੇ ਆ, ਮਰਨ ਉਹ ਜਿਹੜੇ ਗੰਦ ਪਾਉਂਦੇ ਆ। ਬੀਬੀ ਆਪਾਂ ਕਿਉਂ ਮਰੀਏ? ਆਪਾਂ ਤਾਂ ਸਫਾਈਆਂ ਕਰਦੇ ਆ ਬੀਬੀ। ਧੀ ਦੀ ਗੱਲ ਸੁਣ ਕੇ ਸੁੱਖੋ ਦੀਆਂ ਅੱਖਾਂ ਫੈਲ ਕੇ ਵੱਡੀਆਂ ਹੋ ਗਈਆਂ ਸੀ। ਉਸ ਨੂੰ ਬੜਾ ਮਾਣ ਮਹਿਸੂਸ ਹੋਇਆ ਜਾਂਦੀ। ਫਿਰ ਕੀ ਹੋਇਆ? ਗਰੀਬ ਦੀ ਧੀ ਗੱਲਾਂ ਕਿੰਨੀਆਂ ਸਿਆਣੀਆਂ ਕਰਦੀ। ਗਰੀਬੀ ਬੰਦੇ ਨੂੰ ਉਮਰੋਂ ਪਹਿਲਾਂ ਸਿਆਣਾ ਕਰ ਦਿੰਦੀ ਹੈ। ਸੁੱਖੋ ਦੇ ਜ਼ਹਿਨ 'ਚ ਨਾਨੇ ਦੇ ਬੋਲ ਗੁੰਜਣ ਲੱਗੇ। ਤੂੰ ਫਿਕਰ ਨਾ ਕਰ, ਮੈਂ ਵੀਰੇ ਨੂੰ ਆਪੇ ਸੰਭਾਲ ਲੂੰ। ਤੂੰ ਬੀਬੀ ਬਣ ਕੇ ਵੇਖ ਤਾਂ ਸਹੀ, ਖਬਰੇ ਕੋਈ ਦੁਕਾਨ ਖੁੱਲੀ ਹੋ ਤੇ ਵੀਰੇ ਵਾਸਤੇ ਭੋਰਾ ਦਲੀਆ ਤੇ ਚੌਲ ਮਿਲ ਜਾਣ। ਤੇ ਬੀਬੀ ਜੇ ਦੁਕਾਨ ਨਾ ਖੁੱਲੀ ਹੋਈ ਤਾਂ ਮਿੰਦੋ ਮਾਸੀ ਕੋ ਮੰਗ ਲਈ, ਜਵਾਬ ਨਹੀਂ ਦਿੰਦੀ ਆਪਾਂ ਨੂੰ। ਸਕਿਆ ਵੱਧ ਕਰਦੀ ਆਪਣਾ। ਚੰਗਾ ਪੁੱਤ ਵੇਹਨੀ ਤੇ ਤੂੰ ਮੱਥੇ ਦੇ ਠੰਡੇ ਪਾਣੀ ਨਾਲ ਪੱਟੀਆਂ ਕਰਦੀ ਰਹੀ। ਹਾਂ ਚੰਗਾ, ਬਾਹਰ ਜਾ ਕੇ ਵੇਹਨੀ। ਸੁੱਖੋ ਨੇ ਬਾਹਰ ਗਲੀ 'ਚ ਨਿਕਲ ਕੇ ਦੂਰ ਤੱਕ ਨਿਗਾਹ ਮਾਰੀ। ਸਾਰਾ ਪਿੰਡ ਸੁਸਰੀ ਵਾਂਗ ਸੁੱਤਾ ਪਿਆ ਸੀ, ਜਿਵੇਂ ਕਿਸੇ ਸਰਾਲ ਨੇ ਸਾਹ ਪੀ ਲਿਆ। ਹਾਏ ਰੱਬਾ, ਜੇ ਕਿਤੇ ਮੇਰੇ ਪੁੱਤ ਨੂੰ ਕੁਛ ਹੋ ਗਿਆ, ਸਿਵਿਆਂ ਤੱਕ ਪਹੁੰਚ ਜਾਊ ਸਾਡੇ ਨਾਲ। ਵਾਹਿਗੁਰੂ ਸੱਚਾ ਪਾਤਸ਼ਾਹ। ਮਨ ਚਾਹੁੰਦੇ ਭੈੜੇ ਭੈੜੇ ਖਿਆਲਾਂ ਨੇ ਸੁੱਖੋ ਦੀ ਹਾਲਤ ਪਾਗਲਾਂ ਵਰਗੀ ਕਰ ਦਿੱਤੀ ਸੀ। ਥੋੜੇ ਜਿਹੇ ਚੌਲ ਤੇ ਦਲੀਆ ਲੈ ਕੇ ਸੁੱਖੋ ਡੇਰੇ ਅੰਦਰ ਦਾਖਲ ਹੋਈ। ਉਸਨੇ ਵੇਖਿਆ ਕਿ 4-5 ਗਾਲੜਾਂ ਹੀਰੇ ਦੀ ਮੰਜੀ ਨੇੜੇ ਟਪੋਸੀਆਂ ਮਾਰਦੀਆਂ ਫਿਰਦੀਆਂ ਤੇ ਹੀਰਾ ਉਹਨਾਂ ਨੂੰ ਵੇਖ ਕੇ ਬੜਾ ਹੀ ਖੁਸ਼ ਹੋ ਰਿਹਾ। ਤੇ ਪਿੰਦਰੀ ਹੀਰੇ ਦੇ ਗਿੱਲੇ ਵਾਲਾ ਝੁੰਗਲਾ ਫੇਰਦੀ ਹੋਈ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀ। ਤੇ ਬਰਕੈਨ ਤੇ ਚਿੜੀਆਂ ਨੇ ਚਿੱਚੋਲੜ ਪਾਇਆ ਹੋਇਆ। ਉਹਨੂੰ ਲੱਗਾ ਜਿਵੇਂ ਕਈ ਚਿਰਾਂ ਤੋਂ ਸੁੱਕਾ ਬਾਗ ਹਰਾ ਹੋ ਗਿਆ। ਸੁੱਖੋ ਨੇ ਭੱਜ ਕੇ ਹੀਰੇ ਨੂੰ ਬੁੱਕਲ ਚ ਲੈ ਲਿਆ ਤੇ ਉਹਨੂੰ ਪਾਗਲਾਂ ਵਾਂਗ ਚੁੰਮਣ ਲੱਗੀ। ਵੇ ਤੈਨੂੰ ਤੱਤੀ ਵਾਹ ਨਾ ਲੱਗੇ ਵੇ ਮੇਰੇ ਹੱਥ ਚੜੇ। ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ।
ਹਾਂਜੀ, ਤੁਸੀਂ ਹੁਣੇ ਆਨੰਦ ਮਾਣਿਆ ਕਹਾਣੀ ਦਾ। ਗੁਰਮੀਤ ਕਲਵਾੜਵੀ ਹੁਣਾਂ ਦੀ ਕਹਾਣੀ ਸੀ ਔਰ ਮੈਡਮ ਸੁਖਵਿੰਦਰ ਹੁਣਾਂ ਨੇ ਬਹੁਤ ਖੂਬਸੂਰਤੀ ਦੇ ਨਾਲ, ਬਹੁਤ ਹੀ ਫੀਲਿੰਗ ਦੇ ਨਾਲ ਇਸ ਕਹਾਣੀ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਔਰ ਅੱਜ ਦੇ ਸਮੇਂ ਦਾ ਸੱਚ ਹੈ ਜੋ ਉਹ ਕਹਾਣੀ ਦੇ ਰਾਹੀਂ ਤੁਸੀਂ ਵੇਖਿਆ। ਔਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਔਰ ਸਾਡਾ ਚੌਥਾ ਸੈਗਮੈਂਟ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਚਰਚਾ। ਔਰ ਚਰਚਾ ਵਿੱਚ ਅਸੀਂ ਗੱਲਬਾਤ ਕਰਾਂਗੇ ਇਸ ਕਹਾਣੀ ਬਾਰੇ ਔਰ ਮੈਡਮ ਸੁਖਵਿੰਦਰ ਹੁਣਾਂ ਦੇ ਨਾਲ ਹੋਰ ਵੀ ਨਾਟਕ ਸੰਬੰਧੀ ਗੱਲਬਾਤ ਕਰਦੇ ਰਹਾਂਗੇ। ਹਾਂਜੀ ਮੈਡਮ ਸੁਖਵਿੰਦਰ ਜੀ, ਕਹਾਣੀ ਬਹੁਤ ਖੂਬਸੂਰਤ ਲਿਖੀ ਗਈ ਸੀ ਗੁਰਮੀਤ ਕੜਿਆਲਵੀ ਹੁਣਾਂ ਦੁਆਰਾ ਔਰ ਜਿਹੋ ਜੀ ਉਹਦੀ ਫੀਲਿੰਗ ਸੀ ਕਹਾਣੀ ਦੀ, ਉਸ ਫੀਲਿੰਗ ਨੂੰ ਤੁਸੀਂ ਆਪਣੇ ਇਸ ਮੰਚਨ ਦੇ ਰਾਹੀਂ, ਆਪਣੀ ਇਸ ਪੇਸ਼ਕਾਰੀ ਰਾਹੀਂ ਪੇਸ਼ ਕਰਨ ਦੇ ਵਿੱਚ ਸਫਲ ਹੋਏ ਹੋ ਮੈਨੂੰ ਲੱਗਦਾ ਔਰ ਉਹਦੇ ਵਾਸਤੇ ਬਹੁਤ ਬਹੁਤ ਵਧਾਈਆਂ ਮੈਮ, ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਕਹਾਣੀ ਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਸਾਡੇ ਕੁਝ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕਮੈਂਟਸ ਵੀ ਬੜੇ ਆਏ ਨੇ, ਬੜੀਆਂ ਗੱਲਾਂ ਬਾਤਾਂ ਉਹਨਾਂ ਨੇ ਸ਼ੇਅਰ ਕੀਤੀਆਂ ਨੇ, ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਲਗਾਤਾਰ ਪਿਛਲੇ ਜਦੋਂ ਤੋਂ 21 ਜੂਨ ਤੋਂ ਇਹ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਸ਼ੁਰੂ ਹੋਇਆ ਔਰ ਅੱਜ 20ਵਾਂ ਦਿਨ ਹੈ ਤੇ ਔਰ 20 ਦਿਨਾਂ ਤੋਂ ਲਗਾਤਾਰ ਸਾਡੇ ਨਾਲ ਸਾਡੇ ਦਰਸ਼ਕ ਸਰੋਤੇ ਜੁੜੇ ਹੋਏ ਨੇ ਔਰ ਇਸ ਸਮੇਂ ਤੇ ਹਰ ਇੱਕ ਸ਼ਖਸੀਅਤ ਦੇ ਨਾਲ ਆਪਣੀ ਗੱਲਬਾਤ ਕਰਦੇ ਨੇ। ਬੌਬੀ ਸਿੱਧੂ ਜੀ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਸੁਰੇਸ਼ ਮਹਿਤਾ, ਚਰਨਜੀਤ ਮਾਨ, ਡਾਕਟਰ ਕੁਲਵੀਰ ਧਾਲੀਵਾਲ ਵਿਰਕ, ਰਮਨਦੀਪ ਕੌਰ ਬੋਪਾ ਰਾਏ, ਪਰਮਿੰਦਰ ਪਾਲ, ਕੁਲਦੀਪ ਸਿੰਘ, ਲੱਖਾ ਲਹਿਰੀ ਜੀ, ਬਲਜਿੰਦਰ ਕੌਰ, ਰਮਨਦੀਪ ਕੌਰ ਬੋਪਾ ਰਾਏ, ਤਰਲੋਕ ਸਿੰਘ ਮੰਡ, ਹਰਪਾਲ ਸੰਧੂ, ਦਵਿੰਦਰ ਕੁਮਾਰ, ਰਮਨ ਢਿੱਲੋਂ, ਚਰਨਜੀਤ ਮਾਨ, ਕੁਲਦੀਪ ਸਿੰਘ, ਅਨੀਤਾ ਸ਼ਬਦੀਸ਼, ਹਰਵਿੰਦਰ ਕੌਰ ਬਬਲੀ, ਪਿੰਕੀ ਸੱਗੂ, ਬਲਜਿੰਦਰ ਕੌਰ, ਹਰਮੀਤ ਸਿੰਘ, ਬਲਜੀਤ ਬਾਲੀ, ਹਰੀਸ਼ ਖੁਰਾਣਾ, ਬੌਬੀ ਸਿੱਧੂ ਔਰ ਹੋਰ ਸਾਡੇ ਨਾਲ ਬਹੁਤ ਸਾਰੇ ਦਰਸ਼ਕ ਸਰੋਤੇ ਜੁੜੇ ਹੋਏ ਨੇ ਔਰ ਇਹਨਾਂ ਨੇ ਤੁਹਾਡੀ ਇਸ ਪੇਸ਼ਕਾਰੀ ਦੀ ਜਿੱਥੇ ਸਿਫਤ ਕੀਤੀ ਹੈ ਉੱਥੇ ਨਾਲ ਨਾਲ ਕਹਾਣੀ ਦੀ ਵੀ ਸਿਫਤ ਕੀਤੀ ਹੈ ਕਿ ਜਿੰਨੀ ਖੂਬਸੂਰਤੀ ਦੇ ਨਾਲ ਇਹ ਕਹਾਣੀ ਲਿਖੀ ਗਈ ਆ ਔਰ ਉਨੀ ਹੀ ਖੂਬਸੂਰਤੀ ਦੇ ਨਾਲ ਜਿਹੜਾ ਆ ਇਸ ਕਹਾਣੀ ਦੀ ਪੇਸ਼ਕਾਰੀ ਕਰਨ ਦੇ ਵਿੱਚ ਮੈਡਮ ਤੁਸੀਂ ਸਫਲ ਹੋਏ ਹੋ। ਬਹੁਤ ਵਧੀਆ ਐਕਟ ਮੈਮ। ਕੁਲਦੀਪ ਸਿੰਘ ਜੀ ਲਿਖਦੇ ਨੇ ਕਿ ਆਵਾਜ਼ ਦਾ ਸੁੰਦਰ ਉਤਰਾ ਚੜਾ, ਬਹੁਤ ਕਮਾਲ ਦਾ, ਕਿ ਜੋ ਫੀਲਿੰਗ ਉਹਨੂੰ ਚਾਹੀਦੀ ਸੀ ਉਸ ਫੀਲਿੰਗ ਦੇ ਨਾਲ ਤੁਸੀਂ ਉਹਨੂੰ ਪੇਸ਼ ਕਰਨ ਦੇ ਵਿੱਚ ਸਫਲ ਹੋਏ ਹੋ। ਬਹੁਤ ਬਹੁਤ ਮੁਬਾਰਕਬਾਦ ਦਿੱਤੀ ਹੈ ਜੀ। ਲੱਖਾ ਲਹਿਰੀ ਜੀ ਸਾਡੇ ਨਾਲ ਪਿਛਲੇ ਦਿਨੀ ਜੁੜੇ ਹੋਏ ਸੀਗੇ, ਤੁਹਾਡੇ ਸੀਨੀਅਰ ਵੀ ਨੇ ਜਿੱਥੇ ਤੁਸੀਂ ਪੜ੍ਹਦੇ ਸੀਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਔਰ ਉਹਨਾਂ ਨੇ ਵੀ ਸੁਖਵਿੰਦਰ ਸੋਲੋ ਪਲੇ ਕਰ ਸਕਦੇ ਹੋ, ਤੁਹਾਡੇ ਵਿੱਚ ਅਦਾਕਾਰੀ ਦੀ ਸਮਰੱਥਾ ਹੈ, ਕਰਿਆ ਕਰੋ। ਸ਼ੁਭ ਕਾਮਨਾਵਾਂ, ਸ਼ੁਭ ਇੱਛਾਵਾਂ ਤੁਹਾਨੂੰ ਜਿਹੜੀਆਂ ਨੇ ਲੱਖਾ ਲਹਿਰੀ ਹੁਣਾਂ ਨੇ ਦਿੱਤੀਆਂ ਨੇ। ਇਸੇ ਤਰ੍ਹਾਂ ਇਸੇ ਤਰ੍ਹਾਂ ਜੀ ਹੋਰ ਵੀ ਬੜੇ ਸਵਾਲ ਨੇ। ਵੈਰੀ ਗੁੱਡ ਪ੍ਰੈਜੈਂਟੇਸ਼ਨ। ਔਰ ਹਾਂਜੀ, ਗੱਲਬਾਤ ਕਰਦੇ ਹਾਂ ਜੀ ਇਸ ਕਹਾਣੀ ਦੇ ਬਾਰੇ। ਇਸ ਕਹਾਣੀ ਬਾਰੇ ਤੁਸੀਂ ਕਹਾਣੀ 'ਚ ਸ਼ੁਰੂ 'ਚ ਕੁਝ ਦੱਸ ਰਹੇ ਸੀ, ਮੈਂ ਉਦੋਂ ਤੁਹਾਨੂੰ ਰੋਕ ਦਿੱਤਾ ਸੀਗਾ। ਆਪਾਂ ਉਹ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਹੁਣ ਜਾਰੀ ਰੱਖਾਂਗੇ। ਹਾਂਜੀ, ਹੋਰ ਕਹਾਣੀ ਕਰੋਨਾ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਕਿ ਕਰੋਨਾ ਦੇ ਕਰਕੇ ਹਾਲਾਤ ਜਿਹੜੇ ਨੇ ਉਹ ਬੜੇ ਬਦਲ ਗਏ ਨੇ, ਸਭ ਕੁਝ ਬਦਲ ਗਿਆ ਔਰ ਇਸ ਕਹਾਣੀ ਦੇ ਰਾਹੀਂ ਤੁਸੀਂ ਉਹਨਾਂ ਫੀਲਿੰਗਸ ਨੂੰ ਜਿਹੜਾ ਆ ਉਹ ਪੇਸ਼ ਕੀਤਾ। ਅੱਗੇ ਆਪਾਂ ਥੋੜੀ ਗੱਲ ਤੋਰੀਏ ਇਹਦੇ ਬਾਰੇ ਮੈਮ ਜੀ। ਮੈਂ ਕਾਫੀ ਦਿਨਾਂ ਤੋਂ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਸੀ ਕਿ ਮੈਂ ਸੋਲੋ ਪਰਫਾਰਮੈਂਸ ਕਰਨਾ ਚਾਹੁੰਦੀ ਸੀ, ਪਰ ਮੈਨੂੰ ਚਾਹੇ ਕਹਿ ਲਓ ਕਿ ਟਾਈਮ ਨਹੀਂ ਸੀ, ਕਿੱਦਾਂ ਸੀ, ਮੈਂ ਸਟੋਰੀ ਕਾਫੀ ਦੇਖਦੀ ਰਹਿੰਦੀ ਸੀ ਪਰ ਟਾਈਮ ਨਾ ਮਿਲਿਆ ਵੀ ਕਾਲਜ ਵੀ ਜਾਣਾ, ਬੱਚਿਆਂ ਦਾ ਵੀ ਦੇਖਣਾ, ਘਰੇ ਵੀ ਦੇਖਣਾ, ਥੀਏਟਰ ਵੀ ਕਰਦੀ ਸੀ ਕੇਵਲ ਧਾਲੀਵਾਲ ਜੀ ਨਾਲ ਜਦੋਂ ਵੀ ਟਾਈਮ ਹੁੰਦਾ ਸੀਗਾ। ਤੇ ਇਹ ਲੋਕਡਾਊਨ 'ਚ ਪੂਰੀ ਤਰ੍ਹਾਂ ਅਸੀਂ ਘਰ ਸੀਗੇ ਜੀ। ਤੇ ਇਸ ਤਰ੍ਹਾਂ ਹੀ ਸਟੋਰੀ ਗੁਰਮੀਤ ਕੜਿਆਲਵੀ ਜੀ ਦੀ ਮੈਂ ਫੇਸਬੁੱਕ ਤੇ ਦੇਖੀ, ਮੈਨੂੰ ਬਹੁਤ ਹੀ ਅੱਛੀ ਲੱਗੀ ਜੀ। ਜਿਸ ਤਰ੍ਹਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਹਾਂ, ਅਸੀਂ ਤਾਂ ਚਲੋ ਬੜੇ ਆਰਾਮ ਨਾਲ ਕਦੇ ਕੁਛ ਬਣਾ ਕੇ ਖਾ ਰਹੇ ਹਾਂ, ਕੁਛ ਬਣਾ ਕੇ ਖਾ ਰਹੇ ਹਾਂ। ਜਦੋਂ ਮੈਂ ਸਟੋਰੀ ਪੜ੍ਹੀ ਤਾਂ ਮੈਂ ਬਹੁਤ ਜ਼ਿਆਦਾ, ਮਤਲਬ ਮੈਂ ਕੁਛ ਕਹਿ ਸਕਦੀ ਕਿ ਮੈਂ ਇਹਨੂੰ ਐਕਟ ਕਰਨਾ ਚਾਹੁੰਦੀ ਜੀ। ਪਿੰਡਾਂ ਦੀ ਵਿੱਚ ਜਿਹੜੀਆਂ ਔਰਤਾਂ ਹੈ ਉਹਨਾਂ ਦੀ ਸਥਿਤੀ ਇੰਨੀ ਬੱਤਰ ਹੈ ਨਾ, ਮਤਲਬ ਜਿਹੜੀਆਂ ਖਾਸ ਕਰਕੇ ਇਸ ਖਾਸ ਉਹਨਾਂ ਨਾਲ ਗੋਹਾ ਕੂੜਾ ਕਰਨ ਵਾਲੇ, ਕਿਉਂਕਿ ਇਸ ਨਾਟਕ ਦੇ ਵਿੱਚ ਤੇ ਚਾਹੇ ਕਹਾਣੀ ਦੇ ਵਿੱਚ ਚਾਹੇ ਉਹ ਕਹਿ ਰਹੀ ਹੈ ਕਿ ਉਹਦਾ ਹਸਬੈਂਡ ਦੀ ਡੈਥ ਹੋ ਗਈ ਹੈ, ਕੁੰਦਨ ਦੀ ਪਤਾ ਨਹੀਂ ਕਿੰਨਾ ਹਾਲਾਤਾਂ ਦੇ ਵਿੱਚ ਉਹਦੀ ਡੈਥ ਹੋਈ ਹੈ, ਪਰ
ਉੱਥੇ ਇਹ ਇਸ ਤਰ੍ਹਾਂ ਆ ਕਿ ਉਹਨਾਂ ਦੇ ਘਰ ਵਾਲੇ ਵੀ ਹੁੰਦੇ ਹੋਏ ਵੀ ਉਹ ਮਰਿਆ ਹੋਇਆ, ਜੀ ਕਿਉਂਕਿ ਉਹ ਨਸ਼ਿਆਂ ਦੇ ਵਿੱਚ ਬੜੇ ਹੁੰਦੇ ਨੇ। ਤੁਸੀਂ ਵੀ ਪੜ੍ਹਦੇ ਹੋ, ਦੇਖਦੇ ਹੋ, ਸੁਣਦੇ ਹੋ, ਤੇ ਮੈਂ ਜੀ। ਤਾਂ ਆਪ ਦੇਖਿਆ ਹੋਇਆ, ਮਤਲਬ ਉਹਨਾਂ ਦੇ ਘਰ ਦੀਆਂ ਸਥਿਤੀਆਂ ਕਿ ਉਹ ਮਤਲਬ ਮਿੱਟੀ ਨਾਲ ਮਿੱਟੀ ਹੋਈ ਰਹਿੰਦੀ ਆ। ਬੱਚੇ ਵਿਚਾਰੇ, ਫਿਰ ਉਹਨਾਂ ਦੀ ਰੋਟੀ ਦਾ ਜੁਗਾੜ ਕਰਦੀ ਆ, ਲੋਕਾਂ ਤੋਂ ਵੀ ਗੱਲਾਂ ਸੁਣਦੀ ਆ, ਤੇ ਮਤਲਬ ਬਿਲਕੁਲ ਉਹਨਾਂ ਦੀ ਸਥਿਤੀ ਕੀ ਹੈ। ਤੇ ਜੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੈਂ ਇਹ ਸਟੋਰੀ, ਮਤਲਬ ਮੈਨੂੰ ਮੌਕਾ ਮਿਲਿਆ, ਮੈਨੂੰ ਕੁਲਵੀਰ ਧਾਲੀਵਾਲ ਜੀ ਨੇ ਦੱਸਿਆ, ਤੇ ਮੈਂ ਜੀ ਨਾ ਗੁਰਵਿੰਦਰ ਜੀ ਨੂੰ ਫੋਨ ਕੀਤਾ ਕਿ ਮੈਂ ਇਹ ਕਹਾਣੀ ਪੇਸ਼ ਕਰਨਾ ਚਾਹੁੰਦੀ ਹਾਂ। ਜੀ ਤੇ ਕਹਿੰਦੇ ਠੀਕ ਹੈ। ਤੇ ਮਤਲਬ ਉਹ ਖਾਸ ਵੀ ਇਹੋ ਜਿਹੀਆਂ ਸਥਿਤੀਆਂ 'ਚ ਵੀ ਉਹ ਲੋਕ ਵਿਚਾਰੇ ਪੋਜ਼ਿਟਿਵ ਨੇ, ਉਹ ਫਿਰ ਵੀ ਪੋਜ਼ਿਟਿਵ ਨੇ। ਜੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਉਹ ਆਪਣੇ ਪੁੱਤ ਦੀ ਕਿੱਦਾਂ ਸੁੱਖਾਂ ਮੰਗਦੀ, ਆਪਣੇ ਬੱਚਿਆਂ ਦੀ ਸੁੱਖਾਂ ਮੰਗਦੀ ਕਿ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਤੇ ਜੀ ਮੈਂ ਮਤਲਬ ਕਿ ਜਿਉਂਦਾ ਰਹੇ, ਤੈਨੂੰ ਧਰਤੀ ਵਾਂ ਲੱਗੇ। ਕਹਿੰਦੇ ਪੋਜ਼ਿਟਿਵ ਥਿੰਗ ਆ ਕਿੰਨੀ ਜ਼ਿਆਦਾ। ਜੀ ਤੇ ਜੀ ਮਤਲਬ ਅਸੀਂ ਇਸ ਤਰ੍ਹਾਂ ਕਿਉਂ, ਮਤਲਬ ਜਿਸ ਤਰ੍ਹਾਂ ਪਿਛਲੇ ਦਿਨੀ ਆਪਾਂ ਹੁਣ ਲੋਕਾਂ ਦੇ ਵਿੱਚ ਦੇਖ ਰਹੇ ਹਾਂ, ਕੋਈ ਸੁਸਾਈਡ ਕਰ ਰਿਹਾ ਹੈ, ਕੋਈ ਕਿੱਦਾਂ ਕਰ ਰਿਹਾ, ਤੇ ਮਤਲਬ ਕਿਉਂ ਨਹੀਂ ਤੁਸੀਂ ਇਸ ਤਰੀਕੇ ਨਾਲ ਜ਼ਿੰਦਗੀ ਨੂੰ ਪੋਜ਼ਿਟਿਵ ਲੈਂਦੇ। ਜੀ ਦਿਨ ਤਾਂ ਆਪਣੇ ਨਿਕਲ ਹੀ ਗਏ ਨੇ। ਜਿਸ ਦਿਨ ਆਪਣਾ ਲੋਕਡਾਊਨ ਲੱਗਾ ਸੀ, ਅਸੀਂ ਸੋਚਦੇ ਸੀਗੇ ਵੀ ਕਿਸ ਤਰ੍ਹਾਂ ਹੋਏਗਾ ਸਾਰਾ ਕੁਝ। ਬਿਲਕੁਲ ਕਾਲਜ ਦੀਆਂ ਸਾਨੂੰ ਰਿਲੀਵ ਹੋ ਗਿਆ, ਅਸੀਂ ਘਰ ਬੈਠ ਗਏ, ਸਾਨੂੰ ਜੀ ਅਪ੍ਰੈਲ ਦੇ ਵਿੱਚ ਰਿਲੀਵ ਕਰ ਦਿੱਤਾ ਸੀਗਾ, ਜੀ ਨਾਟਕ ਬੰਦ, ਸ਼ੂਟਿੰਗਸ ਬੰਦ, ਤੇ ਕਿੱਦਾਂ ਜੀ ਕਰਾਂਗੇ। ਪਰ ਬਿਲਕੁਲ ਫਿਰ ਵੀ ਅਸੀਂ ਆਪਣੇ ਮਤਲਬ ਵਿਲ ਪਾਵਰ ਸਾਡੀ ਸਟਰੋਂਗ ਸੀਗੀ, ਖਾਸ ਕਰਕੇ ਆਰਟਿਸਟਾਂ ਦੀ। ਅਸੀਂ ਲੋਕਾਂ ਨੂੰ ਜੀ ਜਿੰਨਾ ਸਿਖਾਉਂਦੇ ਆਪਣੇ ਨਾਟਕਾਂ ਰਾਹੀਂ, ਤਾਂ ਜੀ ਅਸੀਂ ਕਿਉਂ ਏਦਾਂ ਦਾ ਕੋਈ ਏਦਾਂ ਦਾ ਸਟੈਪ ਚੁੱਕੀਏ, ਨੈਗੇਟਿਵ ਸੋਚੀਏ। ਤਾਂ ਉਹਨਾਂ ਸਥਿਤੀਆਂ ਦੇ ਵਿੱਚ ਸਟੋਰੀ ਪਸੰਦ ਕੀਤੀ, ਮੈਂ ਵਧੀਆ ਲੱਗੀ ਤੁਹਾਨੂੰ ਵੀ, ਤੇ ਮੈਂ ਇਹ ਪੇਸ਼ ਕੀਤਾ। ਜੀ ਜੀ ਇੱਕ ਸਾਡੇ ਕੋਲ ਸਵਾਲ ਨੇ ਜੀ, ਬੜੇ ਸਾਡੇ ਦਰਸ਼ਕਾਂ ਦੇ, ਡਾਕਟਰ ਕੁਲਬੀਰ ਧਾਲੀਵਾਲ ਜੀ ਵਿਰਕ ਜੀ ਸਵਾਲ ਪੁੱਛਦੇ ਨੇ ਕਿ ਸੁਖਵਿੰਦਰ ਜੀ ਤੁਸੀਂ ਕਾਲਜ ਵਿੱਚ ਪੜ੍ਹਾਉਂਦੇ ਹੋ, ਕਰੋਨਾ ਦਾ ਐਜੂਕੇਸ਼ਨ ਤੇ ਕੀ ਅਸਰ ਹੋਇਆ? ਉਹਨਾਂ ਦਾ ਇੱਕ ਸਵਾਲ ਹੈ, ਤੋਂ ਅਸੀਂ ਉਹਦਾ ਜਵਾਬ ਜ਼ਰੂਰ ਚਾਹਾਂਗੇ ਕਿ ਐਜੂਕੇਸ਼ਨ ਤੇ ਕੀ ਅਸਰ ਹੋਇਆ। ਉਹਨਾਂ ਨੇ ਗੱਲ ਕੀਤੀ, ਫਿਰ ਆਪਾਂ ਨਾਟਕ ਦੇ ਬਾਰੇ ਵੀ ਗੱਲਬਾਤ ਕਰਦੇ ਰਹਾਂਗੇ। ਇੱਕ ਸਵਾਲ ਜਿਹੜਾ ਐਜੂਕੇਸ਼ਨ ਨਾਲ ਜੁੜਿਆ ਸੀਗਾ, ਤੇ ਤੁਸੀਂ ਕੀ ਸਮਝਦੇ ਹੋ? ਇਸ ਸਵਾਲ ਦਾ ਜਵਾਬ ਚਾਹੁੰਦੇ ਨੇ ਸਾਡੇ ਦਰਸ਼ਕ। ਜੀ ਮੈਮ। ਦੇਖੋ ਜੀ, ਬੱਚੇ ਤਾਂ ਜਦੋਂ ਸਾਡੀਆਂ ਕਲਾਸਾਂ ਰੈਗੂਲਰ ਕਾਲਜ ਲੱਗਦੇ ਸੀਗੇ, ਜੀ ਉਦੋਂ ਵੀ ਮਤਲਬ ਕਿੰਨਾ ਕੁ ਪੜ੍ਹਦੇ ਨੇ, ਤੁਸੀਂ ਆਪ ਦੇਖੋ ਕਿ ਇੰਨਾ ਜ਼ਿਆਦਾ ਨਹੀਂ। ਮਤਲਬ ਜਿਸ ਤਰ੍ਹਾਂ ਦੀ ਉਹਨਾਂ ਦੀ ਏਜ ਹੁੰਦੀ ਆ, ਕੁਝ ਬੱਚੇ ਸੀਰੀਅਸ ਹੁੰਦੇ ਨੇ। ਤੇ ਜੀ ਯਾਰ ਲੋਕਡਾਊਨ 'ਚ ਤਾਂ ਅਸੀਂ ਘਰ ਬੈਠੇ ਹੋਏ ਆ, ਚਲੋ ਸੇਫਟੀ ਵਾਈਜ਼ ਸਾਰੇ ਕਾਲਜ ਬੰਦ ਨੇ, ਪਰ ਉਹਨਾਂ ਦੀ ਐਜੂਕੇਸ਼ਨ ਤੇ ਬਹੁਤ ਮਾੜਾ ਅਸਰ ਹੋਇਆ। ਜੀ ਆਨਲਾਈਨ ਕਲਾਸਾਂ ਕਈ ਸਕੂਲਾਂ ਦੇ ਵਿੱਚ ਚੱਲ ਰਹੀਆਂ, ਕਾਲਜ ਦੇ ਤਾਂ ਐਗਜ਼ਾਮ ਵੀ ਨਹੀਂ ਹੋ ਰਹੇ, ਉਹ ਵੀ ਪੋਸਟਪੋਨ ਹੋ ਗਏ ਨੇ। ਤੇ ਜੀ ਮਤਲਬ ਬਹੁਤ ਮਾੜਾ ਅਸਰ ਹੋਇਆ ਕਿ ਹੁਣ ਅੱਗੇ ਅਸੀਂ ਦੇਖ ਰਹੇ ਹਾਂ ਕਿ ਇਹ ਨਹੀਂ ਕਿ ਅਸੀਂ ਫਰਵਰੀ ਤੱਕ ਕਹਿ ਰਹੇ ਨੇ, ਸਤੰਬਰ ਤੋਂ ਬਾਅਦ ਕਲਾਸਾਂ ਸ਼ੁਰੂ ਹੋ ਜਾਣਗੀਆਂ, ਪਰ ਨਹੀਂ, ਮੈਨੂੰ ਨਹੀਂ ਲੱਗ ਰਿਹਾ। ਹੁਣ ਕੱਲ ਅਜੇ ਕਹਿ ਰਹੇ ਸੀਗੇ ਕਿ ਆਪਣਾ ਫੈਬਰੀ ਤੱਕ ਵੀ ਜਾ ਸਕਦਾ ਹੈ, ਤੇ ਪਰ ਜੀ ਜੀ ਮੈਨੂੰ ਇਹ ਮਨਸਾਬ ਏਦਾਂ ਲੱਗ ਰਿਹਾ ਹੈ ਕਿ ਇਹ ਬਹੁਤ ਸਾਲ ਤੋਂ ਵੀ ਵੱਧ ਜਾਏਗਾ, ਤੇ ਇਸ ਜੀ ਐਜੂਕੇਸ਼ਨ ਤੇ ਬੱਚਿਆਂ ਦਾ ਬਹੁਤ ਮਾੜਾ ਅਸਰ। ਉਹ ਜੀ ਹੁਣ ਜੀ ਕਿਸ ਤਰ੍ਹਾਂ, ਇਹ ਹੁਣ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕੀ ਜੀ ਇਹਨਾਂ ਬੱਚਿਆਂ ਦਾ ਕੀ ਕੀਤਾ ਜਾਏ। ਜੀ ਬਿਲਕੁਲ ਜੀ। ਕਹਾਣੀ ਦੇ ਕੰਟੈਕਸਟ ਵਿੱਚ ਗੱਲ ਕਰਦੇ ਹਾਂ, ਫਿਰ ਸਾਨੂੰ ਫਿਰ ਐਜੂਕੇਸ਼ਨ ਦੀ ਗੱਲ ਹੈ ਕਿ ਸਾਡੀ ਜਿੰਨੀ ਐਜੂਕੇਸ਼ਨ ਹੁਣ ਤੱਕ ਅਸੀਂ ਪ੍ਰਾਪਤ ਕੀਤੀ ਹੈ, ਸਾਡਾ ਪੜ੍ਹਿਆ ਪੜ੍ਹਾਇਆ, ਲਿਖਿਆ ਲਿਖਾਇਆ, ਉਹ ਸਾਡਾ ਇਸ ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਉਹ ਸਾਡੀ ਸਹਿਨਸ਼ੀਲਤਾ, ਉਹ ਸਾਡਾ ਸਿੱਖਿਆ ਸਿਖਾਇਆ, ਉਹ ਕੰਮ ਜ਼ਰੂਰ ਆਇਆ। ਕਿਉਂਕਿ ਪੋਜ਼ਿਟਿਵਿਟੀ ਜਿਹੜੀ ਆ, ਉਹ ਹਮੇਸ਼ਾ ਜ਼ਿੰਦਗੀ ਜਿਉਣ ਵਾਸਤੇ ਜਿਹੜੀ ਆ, ਉਹ ਸਾਨੂੰ ਜਾਰੀ ਰੱਖਣੀ ਚਾਹੀਦੀ ਹੈ, ਔਰ ਬਿਲਕੁਲ ਜ਼ਿੰਦਗੀ ਦੇ ਵਿੱਚ ਬਿਲਕੁਲ ਪੋਜ਼ਿਟਿਵ ਰਹਿ ਕੇ ਹੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਔਰ ਇਸ ਕਹਾਣੀ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਸਥਿਤੀਆਂ ਜਿਹੜੀਆਂ ਨੇ, ਉਹ ਕਦੇ ਵੀ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਸਥਿਤੀਆਂ ਹਮੇਸ਼ਾ ਬਦਲਦੇ ਨੇ, ਜ਼ਿੰਦਗੀ ਦੇ ਉਤਰਾਅ ਚੜਾਅ ਜਿਹੜੇ ਉਹ ਆਉਂਦੇ ਰਹਿੰਦੇ ਨੇ। ਔਰ ਇਹਨਾਂ ਉਤਰਾਵਾਂ ਚੜਾਵਾਂ ਦੇ ਵਿੱਚ ਜਿਹੜਾ ਮਨੁੱਖ ਜਿਹੜਾ ਆ, ਉਹ ਪੋਜ਼ਿਟਿਵ ਐਪਟੀਟਿਊਡ ਅਪਣਾ ਕੇ ਇਹਨਾਂ ਸਥਿਤੀਆਂ ਚੋਂ ਨਿਕਲ ਗਿਆ, ਉਹੀ ਜ਼ਿੰਦਗੀ ਦੇ ਵਿੱਚ ਮੁਕੱਦਰ ਕਾ ਸਿਕੰਦਰ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਹੋ ਸਕਦਾ ਹੈ। ਔਰ ਇਸ ਕਹਾਣੀ ਦੀ ਨਾਇਕਾ ਨੇ ਇਸ ਗੱਲ ਨੂੰ ਜਿਹੜਾ ਆ, ਉਹ ਸਿੱਧ ਕਰਕੇ ਦਿਖਾਇਆ। ਸਾਡੇ ਕੋਲ ਹੋਰ ਵੀ ਬੜੇ ਸਵਾਲ ਨੇ ਸਾਡੇ ਦਰਸ਼ਕ ਜੀ। ਬੜੇ ਦਰਸ਼ਕ ਨੇ ਸਾਡੇ ਨਾਲ ਜੁੜੇ ਹੋਏ ਨੇ, ਆਪਣੇ ਉਹਨਾਂ ਦੇ ਸਵਾਲ ਵੀ ਨੇ, ਪਰ ਮੈਂ ਉਸ ਤੋਂ ਪਹਿਲਾਂ ਇੱਕ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਜੋ ਫਿਜ਼ੀਕਲ ਮੰਚ ਹੈ, ਜਿਨ੍ਹਾਂ ਮੰਚਾਂ ਦੇ ਉੱਤੇ ਤੁਸੀਂ ਹੁਣ ਤੱਕ ਮੰਚਨ ਕੀਤਾ ਹੈ, ਨਾਟਕਾਂ ਦਾ ਜਾਂ ਕਹਾਣੀਆਂ ਦਾ, ਜਾਂ ਤੁਸੀਂ ਫਿਲਮਾਂ ਦੇ ਵਿੱਚ ਵੀ ਕੁਝ ਕੰਮ ਕੀਤਾ, ਅੰਨੇ ਘੋੜੇ ਦਾ ਦਾਨ ਫਿਲਮ ਦੇ ਵਿੱਚ ਤੁਹਾਡਾ ਜਿਹੜਾ ਉਹ ਐਕਟ ਸੀਗਾ, ਔਰ ਉਸ ਮੰਚ ਤੋਂ ਲੈ ਕੇ ਇਸ 20 ਮੰਚ ਤੱਕ ਦੇ ਸਫ਼ਰ ਦੇ ਬਾਰੇ ਕੋਈ ਗੱਲ ਜਿਹੜੀ ਆ ਉਹ ਸਾਂਝੀ ਕਰੋ, ਕਿਹੋ ਜਿਹਾ ਲੱਗ ਰਿਹਾ? ਕਿਉਂਕਿ ਵਰਚੁਅਲ ਜਿਹੜਾ ਪਲੇਟਫਾਰਮ ਹੈਗਾ,
ਔਰ ਕਰੋਨਾ ਵਾਇਰਸ ਨੇ ਸਾਨੂੰ ਬੜਾ ਕੁਝ ਜਿਹੜਾ ਉਹ ਨਵਾਂ ਸਿਖਾਇਆ, ਟੈਕਨੋਲੋਜੀ ਦੇ ਮਾਹਰ ਬਣਾ ਦਿੱਤਾ। ਜੇ ਅਸੀਂ ਸ਼ਾਇਦ ਜ਼ਿੰਦਗੀ ਵਿੱਚ ਬੜਾ ਕੁਝ ਜਿਹੜਾ ਉਹ ਨਵਾਂ ਤੇ ਕੁਝ ਚੰਗਾ ਵੀ ਵਾਪਰਦਾ ਹੁੰਦਾ, ਜੇ ਇੱਕ ਪਾਸੇ ਉਹਦਾ ਮਾੜਾ ਪੱਖ ਹੁੰਦਾ ਤੇ ਚੰਗਾ ਪੱਖ ਵੀ ਜ਼ਰੂਰ ਹੁੰਦਾ। ਔਰ ਚੰਗਾ ਪੱਖ ਅਸੀਂ ਇਹ ਕਹਿ ਸਕਦੇ ਕਿ ਅਸੀਂ ਬੜਾ ਕੁਝ ਉਹ ਸਿੱਖਿਆ ਜਿਹੜਾ ਕਿ ਜ਼ਿੰਦਗੀ 'ਚ ਕਦੀ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਂ ਟੈਕਨੋਲੋਜੀ ਦੀਆਂ ਕੁਝ ਨਵੀਆਂ ਚੀਜ਼ਾਂ ਸਿੱਖਾਂਗੇ। ਜਿਵੇਂ ਅੱਜ ਦਾ ਇਹ ਪਲੇਟਫਾਰਮ ਹੈ, ਆਨਲਾਈਨ ਵਰਚੁਅਲ ਪਲੇਟਫਾਰਮ ਹੈ ਵੀ ਮੰਚ ਦਾ, ਤੇ ਇਸ ਵੀ ਮੰਚ ਤੱਕ ਦਾ ਸਫ਼ਰ ਜਿਹੜਾ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਸੀਂ ਕੀ ਕਹਿਣਾ ਚਾਹੋਗੇ ਕਿ ਉਸ ਮੰਚ ਤੋਂ ਲੈ ਕੇ ਇਸ ਮੰਚ ਤੱਕ ਜਿਹੜਾ ਸਫ਼ਰ ਤੈਅ ਕਰਦੇ ਆ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ? ਔਰ ਕੀ ਇਹ ਪਲੇਟਫਾਰਮ ਜਿਹੜਾ ਆ ਭਵਿੱਖ ਦੇ ਵਿੱਚ ਕੁਝ ਨਵੀਆਂ ਸਥਾਪਨਾਵਾਂ ਸਥਾਪਿਤ ਕਰੇਗਾ ਜਾਂ ਕੀ ਕਰੇਗਾ? ਜੀ ਜਿਹੜਾ ਲਾਈਵ ਥੀਏਟਰ ਹੈ ਉਹਦੇ ਵਰਗੀ ਤੇ ਰੀਸ ਨਹੀਂ ਹੈ ਜੀ, ਉਹਦੀ ਇੱਕ ਆਪਣੀ ਅਹਿਮੀਅਤ ਹੈ, ਤੇ ਉਹ ਸਾਨੂੰ ਸਾਹਮਣੇ ਆਡੀਅנס ਬੈਠੀ ਹੁੰਦੀ ਹੈ ਤੇ ਸਾਨੂੰ ਨਾਲ ਦੀ ਨਾਲ ਰਿਸਪੌਂਸ ਮਿਲਦਾ ਹੈ। ਠੀਕ ਹੈ, ਤੇ ਉਸ ਟਾਈਮ ਜੋ ਹੋ ਗਿਆ ਆਪਣਾ ਕਰਤਾ ਇਨਵੋਲਵਮੈਂਟ ਦੇ ਆਪਣੇ ਕਰੈਕਟਰ ਦੇ ਵਿੱਚ ਜਾ ਕੇ, ਤੇ ਅਸੀਂ ਕੋਆਰਡੀਨੇਸ਼ਨ ਨਾਲ ਸਾਰੀ ਟੀਮ ਅਸੀਂ ਜਦੋਂ ਵਰਕ ਕਰਦੇ ਹਾਂ ਥੀਏਟਰ ਤੇ, ਉਹਦਾ ਐਕਸਪੀਰੀਅੰਸ ਇੱਕ ਅਲੱਗ ਹੈ ਬਹੁਤ। ਉਹਦੇ ਵਰਗਾ ਐਕਸਪੀਰੀਅੰਸ ਤਾਂ ਨਹੀਂ ਹੋ ਸਕਦਾ ਜੋ ਰਿਐਲਿਟੀ ਦੇ ਵਿੱਚ ਹੁੰਦਾ ਹੈ। ਤੇ ਦਰਸ਼ਕ ਨਾਲ ਸਾਡੀ ਸਿੱਧੀ ਗੱਲਬਾਤ ਹੁੰਦੀ ਹੈ, ਤੇ ਜਿਹੜਾ ਇਹ ਵੀ ਮੰਚ ਹੈ ਇਹ ਇੱਕ ਆਪਣੀ ਲੈਵਲ ਨਾਲ ਅਸੀਂ ਇਹਦੇ ਕੋਲ ਵੀ ਬਹੁਤ ਸਿੱਖਿਆ। ਜਿਵੇਂ ਕਿ ਅਸੀਂ ਆਰਟਿਸਟ ਜਿਵੇਂ ਮੈਥਮੈਟਿਕਸ ਤੋਂ ਬੜਾ ਡਰਦੇ ਆ, ਮੈਂ ਤਾਂ ਬਹੁਤ ਡਰਦੀ ਹਾਂ, ਮਸਾਂ 10ਵੀਂ ਤੱਕ ਹੀ ਮੈਂ ਮੈਥ ਨੂੰ ਲੈ ਕੇ ਪਾਸ ਕਰਨਾ ਜ਼ਰੂਰੀ ਹੁੰਦਾ। ਉਸ ਤੋਂ ਬਾਅਦ ਅਸੀਂ ਮਤਲਬ ਜਦੋਂ ਅਸੀਂ ਸਟੇਜ ਦੇ ਨਾਲ ਜੁੜਦੇ ਉਹ ਟੈਕਨੀਕਲੀ ਜਿੰਨਾ ਕੁ ਅਸੀਂ ਹੁਣ ਮੈਨੂੰ ਤੇ ਕਰਨਾ ਹੀ ਪੈਂਦਾ ਹੈ, ਬੱਚਿਆਂ ਨੂੰ ਹਰ ਇੱਕ ਟੈਕਨੀਕਲੀ ਵੀ ਪੜ੍ਹਾਉਣਾ ਪੈਂਦਾ ਹੈ। ਤੇ ਜਦੋਂ ਅਸੀਂ ਆਹ ਵਾਲੀ ਗੱਲ ਕਰਦੇ, ਜਿਵੇਂ ਅੱਜ ਹੀ ਸਾਨੂੰ ਬੜੀਆਂ ਦਿੱਕਤਾਂ ਆਈਆਂ, ਇਹਦੇ ਵਿੱਚ ਇਹ ਬਹੁਤ ਜ਼ਿਆਦਾ ਸਿੱਖਿਆ, ਪਰ ਇਹਦੀ ਪਰਫਾਰਮੈਂਸ ਦੇ ਵਿੱਚ ਇਸੇ ਕਰਕੇ ਮੈਂ ਇੱਕ ਸਟੋਰੀ ਇੱਕ ਜਗ੍ਹਾ ਫਿਕਸ ਕਰਕੇ ਮੈਂ ਜ਼ਿਆਦਾ ਮੂਵਮੈਂਟ ਨਹੀਂ ਕੀਤੀ, ਤੇ ਮਤਲਬ ਕਿਉਂਕਿ ਪ੍ਰੋਬਲਮ ਆ ਸਕਦੀ ਸੀ। ਠੀਕ ਹੈ, ਬਟ ਇੱਕ ਐਕਟਰ ਆਪਣੀ ਪ੍ਰੈਜੈਂਟੇਸ਼ਨ ਨਾਲ ਆਪਣੀ ਜਿਹੜੀ ਗੱਲ ਆਪਣੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਉਹ ਪਹੁੰਚਾ ਸਕਦਾ ਹੈ ਬੜੇ ਵਧੀਆ ਤਰੀਕੇ ਨਾਲ। ਜੇ ਹਾਂ ਮਤਲਬ ਪਿੱਛੋਂ ਆਪਣੀ ਕੋਈ ਲਾਈਟ ਨਾ ਚਲੀ ਜਾਵੇ ਜਾਂ ਆਪਣਾ ਨੈਟ ਸਲੋ ਹੈ, ਉਹ ਦਿੱਕਤਾਂ ਨਾ, ਉਹ ਤੇ ਸਾਡੇ ਹੱਥ ਵਿੱਚ ਨਹੀਂ ਹੈ। ਤੇ ਮਤਲਬ ਆਪਣੀ ਇੱਕ ਗੱਲ ਹੁਣ ਵੀ ਲੋਕਾਂ ਅੱਗੇ ਰੱਖੀ ਹੈ, ਜਿਸ ਤਰ੍ਹਾਂ ਕਿ ਮੈਂ ਅੱਜ ਪ੍ਰੈਜ਼ੈਂਟ ਕੀਤਾ ਜਾਂ ਆਪਣੇ ਸਾਡੇ ਰੋਜ਼ ਦੋਸਤ ਕਰ ਰਹੇ ਨੇ, ਤੇ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੈ। ਇਸ ਨਾਲ ਇਹ ਮੈਨੂੰ ਸਿੱਖਣ ਨੂੰ ਮਿਲਿਆ ਹੈ ਕਿ ਅਸੀਂ ਆਪਣਾ ਜਿਹੜਾ ਕੰਮ ਆ ਥੀਏਟਰ ਵਾਲੇ, ਉਹ ਅਸੀਂ ਏਦਾਂ ਵੀ ਕਰ ਸਕਦੇ ਹਾਂ। ਸਾਡਾ ਜਿਹੜਾ ਕੰਮ ਉਹ ਬੰਦ ਨਹੀਂ ਹੋ ਸਕਦਾ, ਅਸੀਂ ਆਪਣੀ ਗੱਲ ਕਰ ਸਕਦੇ ਹਾਂ। ਜੀ ਬਿਲਕੁਲ, ਕਿਉਂਕਿ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਕਰੋਨਾ ਵਾਇਰਸ ਨੇ ਸਾਨੂੰ ਬੜਾ ਕੁਝ ਸਿਖਾਇਆ, ਕੁਝ ਟੈਕਨੋਲੋਜੀ ਦਾ ਮਾਹਰ ਬਣਾ ਦਿੱਤਾ, ਕਿਸੇ ਨੂੰ ਸ਼ੈਫ ਬਣਾ ਦਿੱਤਾ, ਬੜਾ ਕੁਝ ਘਰਾਂ 'ਚ ਪਕਵਾਨ ਵੀ ਬਣਾ ਕੇ ਬੜੇ ਸਿੱਖੇ ਨੇ। ਜਿਨ੍ਹਾਂ ਲੋਕਾਂ ਨੇ ਕਦੀ ਘਰ ਦੇ ਵਿੱਚ ਰਸੋਈ 'ਚ ਨਹੀਂ ਸੀ ਵੜੇ, ਉਹਨਾਂ ਨੇ ਵੀ ਬੜਾ ਕੁਝ ਸਿੱਖਿਆ ਹੈ ਜੀ ਇਸ ਕਰੋਨਾ ਵਾਇਰਸ ਦੇ ਦੌਰ ਦੇ ਵਿੱਚ। ਔਰ ਇਹ ਇੱਕ ਚੰਗਾ ਪੱਖ ਕਹਿ ਸਕਦੇ ਹਾਂ ਅਸੀਂ ਜ਼ਿੰਦਗੀ ਦੇ ਵਿੱਚ। ਔਰ ਸਾਡੇ ਨਾਲ ਸਾਡੇ ਦਰਸ਼ਕ ਜਿਹੜੇ ਨੇ ਉਹ ਲਗਾਤਾਰ ਜੁੜੇ ਹੋਏ ਨੇ, ਲਗਾਤਾਰ ਗੱਲ ਜਿਹੜੀ ਹੈ ਉਹ ਇਸ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਆਪਣੀ ਸਾਂਝੀ ਕਰ ਰਹੇ। ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਜੀ ਮੈਮ ਇਸ ਪੇਸ਼ਕਾਰੀ ਦੇ ਵਾਸਤੇ। ਔਰ ਇੱਕ ਸਵਾਲ ਸੀਗਾ ਆਇਆ ਕਿ ਜਿੱਦਾਂ ਮੈਂ ਪਹਿਲਾਂ ਅਕਸਰ ਜਿਹਨਾਂ ਸ਼ਖਸੀਅਤਾਂ ਦੇ ਰੂਬਰੂ ਅਸੀਂ ਹੁੰਦੇ ਹਾਂ ਇਸ ਸੈਗਮੈਂਟ ਦੇ ਵਿੱਚ, ਕਿ ਫਿਲਮਾਂ ਦੀ ਗੱਲ ਵੈਸੇ ਮੈਨੂੰ ਥੀਏਟਰ ਦੇ ਬਾਰੇ ਗੱਲ ਕਰਦਿਆਂ ਕਰਨੀ ਤਾਂ ਨਹੀਂ ਚਾਹੀਦੀ, ਪਰ ਜਦੋਂ ਮਨ ਵਿੱਚ ਸਵਾਲ ਕੋਈ ਉੱਠਦਾ ਤੇ ਫਿਰ ਮੈਨੂੰ ਲੱਗਦਾ ਉਹ ਗੱਲ ਜੇ ਮਨ 'ਚ ਆ ਗਈ ਤੇ ਕਰ ਲੈਣੀ ਚਾਹੀਦੀ ਹੈ। ਤੇ ਤੁਹਾਨੂੰ ਉਸ ਜਿਹੜੇ ਰੰਗਮੰਚ ਦੇ ਨਾਲੋਂ ਫਿਲਮਾਂ ਦੇ ਵਿੱਚ ਵੀ ਤੁਸੀਂ ਕੰਮ ਕੀਤਾ, ਕੁਛ ਕੀ ਫਰਕ ਲੱਗਦਾ ਉਹਦੇ ਵਿੱਚ ਤੁਹਾਨੂੰ? ਥੋੜਾ ਇਹਦੇ ਬਾਰੇ ਵੀ ਗੱਲਬਾਤ ਕਰੀਏ। ਉਹਦੇ ਵਿੱਚ ਇੰਨਾ ਫਰਕ ਹੈ ਕਿ ਉਹ ਸਾਡੀ ਆਪਣੀ ਜਦੋਂ ਐਕਟਰ ਸਟੇਜ ਤੇ ਹੁੰਦਾ ਹੈ, ਉਹਦਾ ਆਪਣਾ ਮਤਲਬ ਹੁੰਦਾ ਹੈ ਕਿ ਹਾਂ ਜੋ ਮਰਜ਼ੀ ਆਪਣੀ ਪੇਸ਼ਕਾਰੀ ਨੂੰ ਸਫਲ ਬਣਾਉਣ ਵਾਸਤੇ ਉਹ ਖੁੱਲਾ, ਉਹਦੇ ਕੋਲ ਖੁੱਲੀ ਸਟੇਜ ਹੁੰਦੀ ਹੈ, ਬ੍ਰੌਡ ਜੈਸਚਰ ਕਰਦਾ ਹੈ, ਇੱਧਰ ਮੂਵਮੈਂਟਸ ਲੈਂਦਾ ਹੈ। ਤੇ ਫਿਲਮਾਂ ਦੇ ਵਿੱਚ ਉਹ ਇੱਕ ਫਰੇਮ ਵਿੱਚ ਬੱਝ ਜਾਂਦਾ ਜੀ। ਠੀਕ ਹੈ, ਥੀਏਟਰ ਵਾਲੇ ਨੂੰ ਪਹਿਲਾਂ ਤਾਂ ਪ੍ਰੋਬਲਮ ਆਉਂਦੀ ਹੈ, ਉਹ ਆਪਣੇ ਗੱਲਾਂ ਕਰਨ ਲੱਗੇ ਜੈਸਚਰ ਕਰਦੇ, ਉਹ ਕਰ ਦਿਓ, ਫਿਰ ਕਿਤੇ ਨਹੀਂ ਇਹ ਨਹੀਂ ਕਰਨਾ, ਬਸ ਤੁਸੀਂ ਗੱਲ ਕਰੋ, ਹਲਕਾ ਜਿਹਾ ਵੀ ਇਸ਼ਾਰਾ ਤੁਹਾਡਾ ਉਹ ਪਕੜ ਵਿੱਚ ਹੈ ਜੀ। ਠੀਕ ਹੈ ਜੀ, ਤੇ ਉਹ ਬਸ ਇੱਕ ਅਸੀਂ ਬਹੁਤ ਜ਼ਿਆਦਾ ਅੰਡਰ ਕਰਨਾ ਬੜਾ ਛੋਟੀ ਗੱਲ ਵੀ ਇੱਕ ਸਭ ਬਹੁਤ ਵੱਡੀ ਸਕਰੀਨ ਤੇ ਆ ਜੀ। ਇੰਨਾ ਕੁ ਫਰਕ ਹੈ, ਉਹ ਹੌਲੀ ਹੌਲੀ ਆਪੇ ਪਤਾ ਲੱਗ ਜਾਂਦਾ। ਬਿਲਕੁਲ ਜੀ, ਜਿਵੇਂ ਮੈਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ ਜਿਹੜੀ ਆ ਉਹ ਇੱਕ ਥੀਏਟਰ ਆ,
ਔਰ ਥੀਏਟਰ ਇੱਕ ਜ਼ਿੰਦਗੀ ਹੈ, ਔਰ ਜਿਵੇਂ ਜ਼ਿੰਦਗੀ ਵਿੱਚ ਕਦੀ ਰੀਟੇਕ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਹੀ ਰੰਗਮੰਚ ਦੇ ਉੱਤੇ ਪੇਸ਼ਕਾਰੀ ਕਰਦੇ ਆ ਥੀਏਟਰ ਦੇ ਵਿੱਚ, ਉੱਥੇ ਵੀ ਕਦੀ ਜਿਹੜਾ ਉਹ ਰੀਟੇਕ ਨਹੀਂ ਹੁੰਦਾ। ਜੇਕਰ ਰੀਟੇਕ ਹੋ ਗਏ ਤੇ ਉਹ ਫਿਰ ਥੀਏਟਰ ਨਹੀਂ ਰਹਿ ਜਾਂਦਾ, ਫਿਰ ਜ਼ਿੰਦਗੀ ਜਿਹੜੀ ਆ ਉਹ ਜ਼ਿੰਦਗੀ ਨਹੀਂ ਰਹਿ ਜਾਂਦੀ। ਪਰ ਫਿਲਮਾਂ ਦੇ ਵਿੱਚ ਜਿਹੜਾ ਉਹ ਰੀਟੇਕ ਜਿੰਨੀ ਵਾਰ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ, ਉਹ ਆਪਣੇ ਹੱਥ ਹੁੰਦਾ, ਡਾਇਰੈਕਟਰ ਦੇ ਹੱਥ ਹੁੰਦਾ। ਗਲਤੀਆਂ ਜਿਹੜੀਆਂ ਨੇ ਉੱਥੇ ਮਾਫ ਹੁੰਦੀਆਂ ਨੇ, ਪਰ ਥੀਏਟਰ ਦੇ ਵਿੱਚ ਗਲਤੀਆਂ ਜਿਹੜੀਆਂ ਨੇ ਉਹ ਮਾਫ ਨਹੀਂ ਹੁੰਦੀਆਂ। ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹਿਣਾ। ਸਾਡੇ ਨਾਲ ਕੁਝ ਦੋਸਤ ਜਿਹੜੇ ਨੇ ਉਹ ਹੋਰ ਜੁੜੇ ਨੇ ਜੀ, ਜਿਨ੍ਹਾਂ ਦੇ ਨਾਮ ਮੈਂ ਜ਼ਰੂਰ ਇੱਥੇ ਲੈਣੇ ਚਾਹਾਂਗਾ, ਪੜ੍ਹਨੇ ਚਾਹਾਂਗਾ। ਗੁਰਮੀਤ ਘੜਿਆਲਵੀ ਜੀ ਸਾਡੇ ਨਾਲ ਜੁੜੇ ਨੇ। ਸੁਖਵਿੰਦਰ ਜੀ, ਬਹੁਤ ਬਹੁਤ ਸ਼ਾਨਦਾਰ ਪੇਸ਼ਕਾਰੀ, ਉਹਨਾਂ ਨੇ ਤੁਹਾਡੀ ਪੇਸ਼ਕਾਰੀ ਨੂੰ ਸਲਾਹਿਆ ਹੈ ਜੀ। ਔਰ ਕਰਮਜੀਤ ਮੰਡ ਜੀ ਜੁੜੇ ਹੋਏ ਨੇ, ਸੁਰੇਸ਼ ਮਹਿਤਾ ਜੀ ਜੁੜੇ ਹੋਏ ਨੇ, ਔਰ ਬੌਬੀ ਸਿੱਧੂ ਜੁੜੇ ਹੋਏ ਨੇ, ਜਤਿੰਦਰ ਕੌਰ ਰਿਆੜ ਜੀ ਸਾਡੇ ਨਾਲ ਜੁੜੇ ਹੋਏ ਨੇ, ਔਰ ਰਮਨ ਢਿੱਲੋਂ ਜੀ ਸਾਡੇ ਨਾਲ ਜੁੜੇ ਹੋਏ ਨੇ, ਹਰਵਿੰਦਰ ਕੌਰ ਬਬਲੀ ਸਾਡੇ ਨਾਲ ਜੁੜੇ ਹੋਏ ਨੇ, ਇੰਦਰਜੀਤ ਕੌਰ ਗੋਲਡੀ, ਜਸਵਿੰਦਰ ਸਿੰਘ ਜੀ ਸੰਗਲਸੋਲ ਤੋਂ ਜੁੜੇ ਹੋਏ ਨੇ, ਹਰਵਿੰਦਰ ਕੌਰ ਬਬਲੀ ਜੁੜੇ ਹੋਏ ਨੇ, ਔਰ ਜਗਜੀਤ ਸਰੀਨ ਜੀ। ਵੀ ਮੰਚ ਇਜ਼ ਦਾ ਰਿਜ਼ਲਟ ਆਫ ਕੋਰੋਨਾ ਪੀਰੀਅਡ ਐਂਡ ਵੀ ਆਰ ਮੂਵਿੰਗ ਟੁਆਰਡਸ ਵਿਕਟਰੀ। ਕਿ ਬਿਲਕੁਲ ਠੀਕ ਗੱਲ ਹੈ ਕਿ ਕੋਰੋਨਾ ਕਰਕੇ ਹੀ ਇਹ ਜਿਹੜਾ ਵਰਚੁਅਲ ਪਲੇਟਫਾਰਮ ਜਿਹੜਾ ਆ ਉਹ ਤਿਆਰ ਕਰਨ ਦੀ ਜ਼ਰੂਰਤ ਪਈ, ਔਰ ਇਸ ਪਲੇਟਫਾਰਮ ਦੇ ਜ਼ਰੀਏ ਹੀ ਉਹਨਾਂ ਲੱਖਾਂ ਦਰਸ਼ਕਾਂ ਤੱਕ ਜਿਨ੍ਹਾਂ ਨੇ ਥੀਏਟਰ ਨੂੰ ਫਿਜ਼ੀਕਲ ਸਰੂਪ ਦੇ ਵਿੱਚ ਮਿਸ ਕੀਤਾ, ਔਰ ਇੱਥੋਂ ਇਸ ਮੰਚ ਤੋਂ, ਇਸ ਪਲੇਟਫਾਰਮ ਤੋਂ ਆਪਣੀਆਂ ਪੇਸ਼ਕਾਰੀਆਂ ਦੇ ਕੇ, ਜਾਂ ਦੂਸਰਾ ਇੱਕ ਇਹ ਵੀ ਕਹਿ ਸਕਦੇ ਕਿ ਜਿਹੜੇ ਕਲਾਕਾਰ ਨੇ ਜੇਕਰ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਉਹ ਘਰਾਂ 'ਚ ਬੈਠੇ ਨੇ, ਜਾਂ ਫਿਰ ਕੰਮਕਾਰ ਸਾਰੇ ਠੱਪ ਹੋ ਗਏ ਨੇ, ਐਜੂਕੇਸ਼ਨ ਠੱਪ ਹੋ ਗਈ, ਸਭ ਕੁਝ ਠੱਪ ਹੋ ਗਿਆ, ਪਰ ਇੱਕ ਦੁਬਾਰਾ ਇਹ ਮੌਕਾ ਜਿਹੜਾ ਹੈ ਉਹ ਬਣਿਆ ਕਿ ਜਿਹਦੇ ਨਾਲ ਸਾਰਾ ਕੁਝ ਜਿਹੜਾ ਆ ਉਹ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ, ਤਾਂ ਕਿ ਇਹਨਾਂ ਕਲਾਕਾਰਾਂ ਨੂੰ ਵੀ ਜਿਹੜਾ ਆ ਉਹ ਆਪਣੇ ਅੰਦਰਲੀ ਜਿਹੜੀ ਕਲਾ ਆ ਉਹਨੂੰ ਪੇਸ਼ ਕਰਨ ਦਾ ਜਿਹੜਾ ਆ ਕੋਈ ਪਲੇਟਫਾਰਮ ਮਿਲੇ। ਔਰ ਵੀ ਮੰਚ ਨੇ ਇਹ ਬਹੁਤ ਵੱਡਾ ਜਿਹੜਾ ਇੱਕ ਉਪਰਾਲਾ ਕੀਤਾ, ਇਹਦੇ ਵਾਸਤੇ ਵੀ ਮੰਚ ਬੇਈਨੀਅਨ ਜਿਹੜਾ ਉਹ ਬਹੁਤ ਬਹੁਤ ਵਧਾਈ ਦਾ ਪਾਤਰ ਹੈ। ਸੁਖਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। 20ਵਾਂ ਦਿਨ ਸੀਗਾ ਜੀ ਅੱਜ, ਔਰ ਇਹ ਸਿਲਸਿਲਾ ਜਿਹੜਾ ਆ ਉਹ 21 ਜੁਲਾਈ ਤੱਕ ਲਗਾਤਾਰ ਚੱਲਦਾ ਰਹਿਣਾ। ਅਸੀਂ ਫਿਰ ਕਿਸੇ ਪਲੇਟਫਾਰਮ ਤੇ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਮੈਮ ਜੀ ਇਸ ਸੈਗਮੈਂਟ ਸ਼ਾਮਲ ਹੋਣ ਲਈ। ਸਾਡੇ ਕਲਾਕਾਰ ਸਾਥੀਆਂ ਦਾ, ਮੇਰੇ ਦੋਸਤ ਮਿੱਤਰ ਜਿਹੜੇ ਵੀ ਮੇਰੇ ਇੱਥੇ ਸਾਹਮਣੇ ਨਾਟਕ ਦੇਖ ਰਹੇ ਨੇ, ਬੋਹੇਮੀਅਨਸ ਟੀਮ ਨੂੰ, ਗੁਰਵਿੰਦਰ ਜੀ ਦਾ, ਸੁਰਿੰਦਰ ਮਨ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਜਿੰਨਾ ਸਦਕਾ ਮੈਂ ਇੱਕ ਆਪਣੀ ਬਹੁਤ ਹੀ ਜਿਹੜੀ ਮੇਰੀ ਚਾਹ ਸੀਗਾ ਕਿ ਮੈਂ ਆਪਣਾ ਰੀਝ ਸੀਗੀ ਕਿ ਸੋਲੋ ਪਰਫਾਰਮੈਂਸ ਤਿਆਰ ਕਰ ਸਕਾਂ, ਮੈਂ ਉਹਨਾਂ ਦੇ ਸਦਕਾ ਅੱਜ ਇਸ ਵੀ ਮੰਚ ਤੇ ਆਪਣਾ ਇੱਕ ਸੋਲੋ ਨਾਟਕ ਲੈ ਕੇ ਆਈ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਅੱਜ ਦੇ 4 ਸੈਗਮੈਂਟ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ, ਔਰ ਪਹਿਲਾ ਸੈਗਮੈਂਟ ਸੁਨਹਿਰੀ ਬੋਲ, ਦੂਸਰਾ ਰੂਬਰੂ, ਪੇਸ਼ੇ ਨਜ਼ਰ ਤੇ ਚਰਚਾ ਅਸੀਂ ਕੀਤੀ ਗੁਰਮੀਤ ਘੜਿਆਲਵੀ ਦੀ ਕਹਾਣੀ ਦੇ ਬਾਰੇ, ਔਰ ਮੈਡਮ ਸੁਖਵਿੰਦਰ ਜੀ ਸਾਡੇ ਨਾਲ ਪੇਸ਼ੇ ਨਜ਼ਰ ਦੇ ਵਿੱਚ ਆਪਣੀ ਪੇਸ਼ਕਾਰੀ ਲੈ ਕੇ ਆਏ ਸੀ। ਔਰ ਇਹ ਸਫ਼ਰ ਜਿਹੜਾ 21 ਜੁਲਾਈ ਤੱਕ ਲਗਾਤਾਰ ਚੱਲਦਾ ਰਹਿਣਾ, ਔਰ ਕੱਲ ਫਿਰ ਨਵੇਂ ਸਾਡੇ ਸਾਨੂੰ ਆਸ਼ੀਰਵਾਦ ਦੇਣ ਵਾਸਤੇ ਸਾਡੇ ਮਾਨਯੋਗ ਸ਼ਖਸੀਅਤ ਜਿਨ੍ਹਾਂ ਦਾ ਨਾਮ ਮੈਂ ਲੈਣਾ ਚਾਹਾਂਗਾ, ਸਾਡੇ ਨਾਲ ਹੋਣਗੇ ਸੁਨਹਿਰੀ ਬੋਲ ਲੈ ਕੇ। ਸਾਹਿਤ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਡਾਕਟਰ ਰਵੇਲ ਸਿੰਘ ਜੀ, ਰੂਬਰੂ ਹੋਏਗਾ ਸਰਬਜੀਤ ਸਿੰਘ ਜੀ ਟੋਰਾਂਟੋ ਕੈਨੇਡਾ ਤੋਂ, ਔਰ ਸਮਾਗਮ ਦਾ ਸੰਚਾਲਨ ਕਰਨਗੇ ਕੁਮਾਰ ਪਵਨਦੀਪ USA ਤੋਂ। ਔਰ ਤੁਸੀਂ ਕੱਲ ਵੀ ਫਿਰ ਇਸੇ ਤਰ੍ਹਾਂ ਫਿਰ ਜੁੜਨਾ ਜਿਸ ਤਰ੍ਹਾਂ ਅੱਜ ਜੁੜੇ ਹੋ, ਔਰ ਪਿਛਲੇ 20 ਦਿਨ ਤੋਂ ਲਗਾਤਾਰ ਜੁੜੇ ਰਹੋ ਵੀ ਮੰਚ ਦੇ ਇਸ ਪਲੇਟਫਾਰਮ ਤੇ। ਕੱਲ ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰੱਖਾ। ਜੈ ਰੰਗਮੰਚ। ਸੁਪਨੇ ਗਦਰ ਦੇ ਸੁਲਗਦੇ ਸੁਪਨੇ ਗਦਰ ਦੇ ਸੁਲਗਦੇ ਸੁਲਗਦੇ
ਦੀ ਝਾਕੀ ਨਹੀਂ, ਇਹ ਗੱਲ ਤੇਰੀ ਚਾਹਤੇ ਸੁਲਗਦੇ ਸੁਪਨੇ ਗਦਰਦੇ ਸੁਲਗਦੇ ਸੁਪਨੇ ਗਦਰਦੇ ਸੁਲਗਦੇ ਸੁਪਨੇ ਗਦਰਦੇ